ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਜੀ। ਨੈਟ ਦੀ ਪ੍ਰੋਬਲਮ ਥੋੜੀ ਆ ਰਹੀ ਆ, ਕੋਈ ਗੱਲ ਨਹੀਂ, ਆਵਾਜ਼ ਗੂੰਜਦੀ ਹੈ ਪੂਰੀ ਸਰਦਾਰ ਦੀ, ਨੋ ਪ੍ਰੋਬਲਮ। ਮਿਹਰਬਾਨੀ ਜੀ, ਮਿਹਰਬਾਨੀ। ਠੋਕੋ 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 ਤਾਲੀ, ਠੋਕ ਤਾਲੀ। ਹਾਂ, ਠੋਕੋ 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 ਤਾਲੀ। ਸਿੱਧੂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ, ਮੁੜ ਅਹੁਦਾ ਸੰਭਾਲਿਆ, ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜਨਾਬ ਵੱਲੋਂ। ਕੀ ਕਹਿਣਾ ਚਾਹੋਗੇ? ਵੈਸੇ ਕੁਝ ਵੱਡੀ ਚੇਂਜ ਤਾਂ ਨਹੀਂ ਕਰਵਾ ਸਕੇ ਜਨਾਬ, ਜਿਸ ਤਰੀਕੇ ਦੇ ਨਾਲ ਮਤਲਬ ਕਿਹਾ ਜਾ ਰਿਹਾ ਸੀ ਚੇਂਜਿੰਗ ਹੋਈ ਵੱਡੀ, ਕੋਈ ਮਤਲਬ ਉਹਨਾਂ ਦੇ ਮਨ ਦੀ ਕੋਈ ਆਸ ਪੂਰੀ ਹੋਈ, ਕੋਈ ਆਪਣੀ ਜਿਹੜੀ ਗੁਗਲੀ ਸੁੱਟੀ ਸੀ ਉਹਦਾ ਕੋਈ ਜਾ ਕੇ ਨਿਸ਼ਾਨੇ ਤੇ ਲੱਗੀ ਕਿ ਨਹੀਂ ਲੱਗੀ? ਦੇਖੋ, ਜਿੱਥੋਂ ਤੱਕ ਗੁਗਲੀ ਦੀ ਗੱਲ, ਉਹਨਾਂ ਦੀ ਖਾਸ ਬੜੀ ਲਾਲਸਾ ਬੜੀ, ਮੈਂ ਫਟਾਫਟ ਮੁੱਖ ਮੁੱਦੇ ਦੀ ਕੁਰਸੀ ਤੇ ਪਹੁੰਚ ਜਾਂਦਾ। ਉਹ ਸਮਾਂ ਲੱਗਦਾ ਭਾਈ, ਇੰਨੀ ਜਲਦੀ ਗੱਲਾਂ ਨਹੀਂ ਬਣਦੀਆਂ ਜੇ ਤੁਸੀਂ ਸੋਚਦੇ ਹੋ। ਬੜੀ ਤੁਹਾਡੀ ਜੇ ਤੁਸੀਂ ਨਵੇਂ ਆਏ ਹੋ, ਸੋਚ ਕੇ ਚਲੋ। ਹੁਣ ਦੇਖੋ ਨਾ, ਇੱਥੇ ਕੋਈ ਸਾਡੇ ਵੀਰ ਸੀ ਜਿਨ੍ਹਾਂ ਨੇ ਇੰਨੀ ਗੱਲ ਕਹਿ ਦਿੱਤੀ ਕਿ ਸਿੱਧੂ ਸਾਹਿਬ ਦੀ ਪ੍ਰਧਾਨਗੀ ਗਈ ਜੀ। ਉਹਨਾਂ ਮੈਂ YouTube ਚੈਨਲ ਨਾਲ ਹੀ ਜਿਹੜੇ ਆਪਣੇ ਫੰਨੇ ਖੋ ਗਈ ਜੀ, ਗਈ ਬਣ ਗਿਆ ਪ੍ਰਧਾਨ, ਦੂਸਰਾ ਬਣ ਗਿਆ, ਟੀਕਾ ਬਣ ਗਿਆ। ਅੱਜ ਕਹਿੰਦੇ ਜੀ ਮੈਂ ਆਪ ਅਸਤੀਫਾ ਦੇ ਜਾਣਾ। ਕਿਆ ਬਾਤ ਹੈ, ਠੀਕ ਹੈ ਨਾ। ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿੰਨਾ ਚਿਰ ਇਹਨਾਂ ਨੂੰ ਉੱਪਰਲਿਆਂ ਦਾ ਆਸ਼ੀਰਵਾਦ ਹੁੰਦੇ, ਸਿੱਧਾ ਕੋਈ ਕੁਛ ਨਹੀਂ ਵਿਗੜ। ਅੱਜ ਵੀ ਮੈਂ ਕਹਿੰਦਾ ਕਿ ਸਿੱਧੂ ਦਾ ਕੁਛ ਨਹੀਂ ਵਿਗੜਨਾ। ਪੋਸੀਬਿਲਿਟੀ ਹੈ 99% ਕਿ ਅਗਲਾ ਮੁੱਖ ਮੰਤਰੀ ਸਿੱਧੂ ਨੂੰ ਬਣਾਇਆ ਜਾਏਗਾ। और रावत ने क्या भी दिता आज कि सोनिया गांधी चोणों के बाद आप डिक्लेयर करेगी कि किनू मुख्यमंत्री बनना है। बाकी की रह गए अगले पासे फिर जी जी जी। इस करके सिद्धू साहब ने इस्तीफा जरूर दिता सी, लेकिन जो इन्हों की आपसी गलबात हुई आ, प्रगट सिंह पे ने उन्होंने समझौता कराता सी इन्हां दा, भाई तुसी इस तरह ना करो, तरीके ना चलो। उदों बाद मुड़ के चले गए यूपी, चले गए पहला एक धरना दिता बकाया तौर पर अपनी अगवाई हेठ, जिहदे कांग्रेस पार्टी का नाम नहीं लिया इन्होंने, क्या जी इनकलाब जिंदाबाद। लेकिन उस तो बाद प्रगट सिंह पै के समझौता कराता। समझौता होने तो बाद हुण इन्होंने अपना इस्तीफा वापस ले लिया ते अज इहदा अपना फिर जिहड़ियां सवावां शुरू कर दित्तियां कि भाई मैं तैयार हां काम करन वास्ते। उसे तनख्वाह दी ते पहला करदा सी जी 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 ते हुण वेखो की करदे ने जी। जे उसे तनख्वाह ते काम करदे आ ते सिद्धू साहब नूं हत्थ जोड़ के बेनती आ कि पार्टी इदां नहीं चलदियां। ਆਪਾਂ ਅੱਗੇ ਵੀ ਕਈ ਵਾਰੀ ਕਿਹਾ ਵੀ ਉੱਥੇ ਤੇ ਤੁਸੀਂ ਛੱਕਾ ਮਾਰਦੇ 6 ਹੀ ਰਨ ਮਿਲਣੇ ਸੀ, ਇੱਥੇ ਛੱਕਾ ਮਾਰੋ ਕਿਤੇ 0 ਵੀ ਮਿਲਣਾ ਤੇ 10 ਵੀ ਮਿਲ ਜਾਣੇ ਆ। ਕੀ ਪਤਾ ਕਹਿ ਹੋ ਜੇ ਬਾਉਂਡਰੀ ਤੇ ਖਲੋਤਾ ਹੋਇਆ ਕੋਈ ਛਾਤਰ ਜਿਹੜਾ ਕੈਚ ਮਾਰ ਲਵੇ। ਪਰ ਇੱਕ ਗੱਲ ਜ਼ਰੂਰ ਸਿੱਖਣ ਵਾਲੀ ਮਿਲੀ ਆ, ਨਵਜੋਤ ਸਿੱਧੂ ਹੋਰਾਂ ਦਾ ਮਾਈਕ ਆਨ ਸੀ ਤੇ ਜਿਵੇਂ ਉਹਨਾਂ ਨੇ ਬੋਲਿਆ ਹੈ ਨਾ, ਤੇ ਉਹਦੇ ਲਈ ਕਾਫੀ ਘੁਸਰ ਮੁਸਰ ਹੋ ਰਹੀ ਹੈ। ਤੇ ਕੱਲ ਮੈਂ ਇਹ ਲਾਈਵ ਔਨ ਲੋਕੇਸ਼ਨ ਕਰ ਰਿਹਾ ਸੀ ਤੇ ਬਹੁਤ ਸਾਰੇ ਵੀਰ ਭੈਣ ਭਰਾ ਮਿਲਦੇ ਨੇ, ਕੁਝ ਸਾਡੇ ਵੈਲ ਵਿਸ਼ਰ ਹੁੰਦੇ ਨੇ, ਕੋਈ ਇਹੋ ਜਿਹੀਆਂ ਮਹਿਫਲਾਂ 'ਚ ਬੈਠੇ ਹੁੰਦੇ ਨੇ ਜਿੱਥੇ ਸਾਡੇ ਨਾਂ ਚਾਹੁਣ ਵਾਲੇ ਜਾਂ ਸੁਣਨ ਵਾਲੇ ਕਹਿ ਲਓ। ਘੁਸਰ ਮੁਸਰ ਤਾਂ ਹੁੰਦੀ ਰਹਿੰਦੀ ਆ ਵੀ 7 ਘੰਟੇ ਲਾਈਵ ਕਿਵੇਂ, ਇੰਨਾ ਖਰਚਾ ਕਿਵੇਂ ਕਰੂਗਾ ਚਾਵਲਾ। ਮੈਨੂੰ ਉਹ ਵੀ ਦਿਨ ਯਾਦ ਆ ਜਦੋਂ ਮੈਂ ਨਾਰਥ ਅਮਰੀਕਾ ਦੇ ਵਿੱਚ ਪਹਿਲੇ ਦਿਨ 2 ਘੰਟੇ ਅਨਾਊਂਸਮੈਂਟ ਕੀਤਾ ਸੀ ਤੇ ਇੱਕ ਸਮਕਾਲੀ ਰੇਡੀਓ ਤੇ ਮੇਰੇ ਚਾਹੁਣ ਵਾਲੇ ਨੇ ਬੋਲਿਆ ਸੀ ਕਿ ਬੜੀ ਵੱਡੀ ਚੈਲੰਜ ਆ, ਵੇਖਦੀਆਂ ਕਿਵੇਂ ਇਹ ਪ੍ਰਵਾਨ ਪੂਰਾ ਕਰਦੇ ਨੇ। ਮੈਂ ਕਿਹਾ ਕਲਗੀਆਂ ਵਾਲੇ ਦਾ ਥਾਪੜਾ ਸੱਚੇ ਬਣੋ ਉਹਨੂੰ ਧਿਆਈਦਾ, ਬਾਕੀਆਂ ਦਾ ਆਦਰ ਮਾਣ ਸਤਿਕਾਰ ਧਰਮਾਂ ਦਾ ਕਰੀਦਾ, ਪਿੱਛਾ ਭੌਂਕੇ ਨਹੀਂ ਵੇਖਣ ਦਿੱਤਾ ਕਮਿਊਨਿਟੀ ਨੇ। ਚਲੋ ਕੱਲ ਇੱਕ ਵੀਰ ਆਇਆ, ਉਹ ਮਾਈਕ ਦੀ ਗੱਲ ਤੇ ਮੈਂ ਆਉਣਾ। ਮਾਈਕ ਬੰਦ ਹੁੰਦਾ ਸੀ, ਅਰਸ਼ ਨੇ ਮੈਨੂੰ ਕਹਿਣਾ ਡੈਡ ਤੁਹਾਡਾ ਮਾਈਕ ਬੰਦ ਆ। ਮੈਂ ਕਿਹਾ ਮੈਂ ਇੱਕ ਚੀਜ਼ ਸਿੱਖ ਲਈ। ਕਹਿੰਦੇ ਕੀ? ਮੈਂ ਕਿਹਾ ਇੱਥੇ ਮੇਰੇ ਕੋਲ ਮਿੱਤਰ ਆ ਕੇ ਨਾ ਬਾਰ-ਬਾਰ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਦੱਸ ਰਹੇ ਨੇ, ਕੋਈ ਕੁਸਰ ਮੁਸਰ ਹੋ ਰਹੀ ਹੈ ਵੀ ਇੰਨੇ ਘੰਟੇ ਟਾਈਮ ਲੈ ਲਿਆ, ਵੇਖਦੇ ਹਾਂ ਚਾਵਲਾ ਕਿਵੇਂ ਚਲਾਉਂਦਾ। ਮੈਂ ਕਿਹਾ ਅਸੀਂ ਤਾਂ ਪਹਿਲੇ ਦਿਨ ਹੀ ਅਨਾਊਂਸ ਕਰਤਾ ਸੀ ਨਾਲ ਵੀ ਸਾਡੇ ਕੋਲ ਇੰਨੇ ਘੰਟੇ ਟਾਈਮ ਨਹੀਂ ਚੱਲਣਾ, ਕਿਉਂਕਿ 7 ਘੰਟੇ ਵਾਸਤੇ 7 ਘੰਟੇ ਤਿਆਰੀ ਕਰਨ ਵੀ ਲੱਗਦੇ ਆ ਹੈ ਨਾ। ਪਲੱਸ ਯਕਦਮ $20,000 ਦਾ ਤੁਹਾਡੇ ਤੇ $20,000 ਦਾ ਮਹੀਨੇ ਦਾ ਬਜਟ ਪੈ ਜਾਵੇ। ਜਿਹੜਾ ਬੰਦਾ ਇੱਕ ਦਿਨ ਦਾ 1 ਘੰਟੇ ਦਾ ਪ੍ਰੋਗਰਾਮ ਡੇਲੀ ਕਰਦਾ, ਉਹਨੂੰ ਪੁੱਛ ਕੇ ਦੇਖੋ ਖਰਚੇ ਕਿੰਨੇ ਆ। ਤੇ ਅਸੀਂ 2 ਘੰਟੇ ਐਕਸਟੈਂਡ ਕੀਤਾ ਤੇ 7 ਘੰਟੇ ਡੇਲੀ ਸਾਡੇ ਕੋਲ ਸਵੇਰੇ
3 ਰਾਤ ਨੂੰ 4 ਅਸੀਂ ਉਦੋਂ ਹੀ ਕਹਿ ਦਿੱਤਾ ਸੀ ਵੀ ਸਾਨੂੰ ਪਤਾ ਦਾਤੀ ਨੂੰ ਇੱਕ ਪਾਸੇ ਦਿੰਦੇ ਤੇ ਦੁਨੀਆ ਨੂੰ ਦੋਨੋਂ ਪਾਸੇ ਦਿੰਦੇ ਨੇ, ਅਸੀਂ ਟਾਈਮ 'ਚ ਕਟੌਤੀ ਕਰਾਂਗੇ। ਐਨੀ ਟਾਈਮ ਹੋ ਸਕਦਾ ਕਿ ਰਾਤ ਦੇ ਪ੍ਰੋਗਰਾਮ 'ਚ ਕਟੌਤੀ ਕਰੀਏ, ਵੀਕਐਂਡ ਵਾਲੇ ਪ੍ਰੋਗਰਾਮ 'ਚ ਕਟੌਤੀ ਕਰੀਏ, ਅਸੀਂ ਆਪਣੇ ਬਜਟ ਨੂੰ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰੀਏ ਤੇ ਅਸੀਂ ਚੈਲੰਜ ਸਵੀਕਾਰ ਕਰਦੇ ਇਸ ਨੂੰ ਅੱਗੇ ਵਧੀਏ। ਸੋ ਇਹ ਜਿਹੜੇ ਵੀ ਗੱਲਾਂ ਕਰਦੇ ਨੇ, ਵੇਖੋ ਆਲੇ ਦੁਆਲੇ ਵੇਖ ਲਿਆ ਕਰੋ, ਕੰਧਾਂ ਦੇ ਵੀ ਕੰਨ ਹੁੰਦੇ ਆ ਯਾਰ, ਕੰਧਾਂ ਦੇ ਵੀ ਮਤਲਬ ਗਲੀ ਦੇ ਤੇ ਕੱਖ ਦੀ ਵੀ ਲੋੜ ਪੈ ਜਾਂਦੀ ਕਿਸੇ ਵੇਲੇ ਵੀ। ਹਾਂਜੀ, ਬਾਕੀ ਜੇ ਮੈਂ ਨਾ ਸਮਝ ਲੈਂਦਾ ਕਿਸੇ ਹੋਰ ਨੇ ਲੈ ਲੈਣਾ ਸੀ, ਸਾਨੂੰ ਮਿਲ ਗਿਆ, ਸੜੋ ਨਾ, ਰੀਸ ਕਰੋ, ਅੱਗੇ ਵਧਣ ਦੀ ਤਮੰਨਾ ਹੋਣੀ ਚਾਹੀਦੀ ਆ। ਬਾਕੀ ਕਿਸੇ ਦਾ ਜਾਣ ਬੁੱਝ ਕੇ ਵੀ ਨੁਕਸਾਨ ਨਾ ਕਰੋ, ਕਿਸੇ ਦੇ ਬੱਚੇ ਦੇ ਬਾਰੇ, ਕਿਸੇ ਦੇ ਭੈਣ ਭਰਾ ਦੇ ਬਾਰੇ, ਕਿਸੇ ਦੇ ਪਰਿਵਾਰ ਦੇ ਬਾਰੇ, ਕਿਸੇ ਦੀ ਕੰਮਕਾਰ ਦੇ ਬਾਰੇ ਜੇ ਤੁਸੀਂ ਮਾੜਾ ਸੋਚਦੇ ਹੋ ਨਾ, ਤੇ ਜੇ ਤੁਸੀਂ ਮਾੜੀ ਜੀ ਤਰੇੜ ਪੁੱਟਦੇ ਹੋ, ਤੁਹਾਡੇ ਲਈ ਖਾਈ ਪੁੱਟੀ ਪਈ। ਇਹ ਮੈਂ ਸੋਚ ਕੇ ਚੱਲਦਾ, ਮੇਰਾ ਇਸ਼ਟ ਮੈਨੂੰ ਜਾਣ, ਮੇਰਾ ਪਰਿਵਾਰ ਜਾਣਦਾ, ਮੇਰੇ ਨਾਲ ਕੰਮ ਕਰਨ ਵਾਲੇ ਜਾਣਦੇ ਨੇ ਕਿ ਮੈਂ ਇਹ ਰੱਬ ਤੋਂ ਡਰ ਕੇ ਕਹਿ ਰਿਹਾ। ਸੋ ਬਾਕੀ ਚਲਾਉਣਾ ਨਾ ਚਲਾਉਣਾ, ਇਹ ਕਮਿਊਨਿਟੀ ਨੇ ਸਾਨੂੰ ਸਾਥ ਦਿੱਤਾ ਹੈ, ਦਿੰਦੇ ਰਹਿਣਗੇ। ਬਹੁਤ ਸਾਰੇ ਵੀਰਾਂ ਦੇ ਫੋਨ ਆਏ ਨੇ, ਬਿਜ਼ਨਸਮੈਨ ਭਰਾਵਾਂ ਦੇ, ਅਸੀਂ ਤੁਹਾਡੇ ਨਾਲ ਹਾਂ, ਆਓ ਬੈਠ ਕੇ ਗੱਲ ਕਰਦੇ ਹਾਂ। ਸੋ ਜੀ ਸਦਕੇ ਜੀ, ਇਹ ਤੁਸੀਂ ਤੁਹਾਡੀਆਂ ਜ਼ਬਾਨ ਨੂੰ ਅਸੀਂ ਨਹੀਂ ਕੰਟਰੋਲ ਕਰ ਸਕਦੇ, ਇਸ ਕਰਕੇ ਮੈਂ ਮਾਈਕ ਵਾਲੀ ਗੱਲ ਪੱਟੀ ਸਾਹਿਬ ਉੱਥੇ ਆ ਜਾਂਦਾ। ਕਬੀਰ ਦਾ ਆਉਂਦੇ ਸੀ, ਉੱਥੇ ਗੱਲ ਕਰਦੇ ਸੀ ਅਤੇ ਮੈਂ ਮਾਈਕ ਆਫ ਕਰ ਲੈਂਦਾ ਸੀ, ਗੱਲ ਸੁਣ ਕੇ ਅਤੇ ਮਤਲਬ ਇੱਧਰ ਕੱਢਣਾ। ਤੋ ਮਾਈਕ ਬਈ ਜਦੋਂ ਵੀ ਤੁਸੀਂ ਪਬਲਿਕ ਪਲੇਸ 'ਤੇ ਕਿਤੇ ਗੱਲ ਕਰੋ, ਬੈਠਕਾਂ ਦੇ ਵਿੱਚ, ਮੀਟਿੰਗਾਂ 'ਚ ਗੱਲ ਕਰੋ, ਬੇਸਮੈਂਟਾਂ ਦੇ ਵਿੱਚ, ਮੀਡੀਆ ਹੀ ਹੁੰਦਾ ਟਾਰਗੇਟ ਸਾਡਾ, ਉੱਥੇ ਵੀ ਗੱਲ ਕਰੋ, ਵੇਖ ਲਿਆ ਕਰੋ। ਕਿਸੇ ਨੂੰ ਤੁਸੀਂ ਨਹੀਂ ਚਾਹੁੰਦੇ ਤੇ ਉਹਦੇ ਵਿੱਚ ਕੋਈ ਨਾ ਕੋਈ ਤੁਹਾਡਾ ਇਹੋ ਜਿਹਾ ਹੁੰਦਾ ਵੀ ਚਾਹਣ ਵਾਲਾ ਵੀ ਬੈਠਾ ਹੁੰਦਾ ਦੂਜੇ ਪ੍ਰੋਗਰਾਮ ਦਾ। ਸੋ ਕਹਿੰਦੇ ਨੇ ਕਿ ਤੂੰ ਮੈਨੂੰ ਜਵਾਨ ਤੇ ਕਹਿੰਦੀ, ਤੂੰ ਮੈਨੂੰ ਮੂੰਹ 'ਚੋਂ ਕੱਢ, ਮੈਂ ਤੈਨੂੰ ਸ਼ਹਿਰ 'ਚੋਂ ਕੱਢਦੀ ਹਾਂ। ਅਗਲੀ ਗੱਲ 'ਤੇ ਚੱਲਦੇ ਹਾਂ। ਸੋ ਮਾਈਕ ਵਾਲੀ ਗੱਲ ਮੈਂ ਤਾਂ ਸਿੱਖ ਲਈ ਕੱਲ੍ਹ ਵੀ, ਜਿੱਥੇ ਵੀ ਕਿਤੇ ਹੋਵੋ ਆਪਣਾ ਮਾਈਕ ਜ਼ਰੂਰ ਬੰਦ ਕਰਕੇ ਰੱਖੋ। ਅਤੇ ਸਿੱਧੂ ਸਾਹਿਬ ਨੂੰ ਵੀ ਇਹੀ ਗੱਲ ਆ ਕਿ ਮਾਈਕ ਬੰਦ ਕਰ ਲਿਆ ਕਰੋ, ਜਿਵੇਂ ਉਹਨਾਂ ਨੇ ਬਿਆਨ ਦਿੱਤਾ। ਐਕਸ਼ਨ ਉਹਨਾਂ 'ਤੇ ਹੋ ਸਕਦਾ ਸੀ, ਖੈਰ ਉਹਨਾਂ ਨੇ ਮੌਨ ਧਾਰ ਕੇ, ਮੋਨੀ ਬਾਬਾ ਬਣ ਕੇ, ਅਤੇ ਇਹ ਸਮਾਂ ਜਿਹੜਾ ਹੈ ਲੰਘਾ ਲਿਆ ਹੈ। ਸੋ ਪੰਜਾਬ ਕੈਬਨਿਟ ਵਿੱਚ ਲਾਲ ਡੋਰੀ ਦੇ ਅੰਦਰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਦਾ ਜਿਹੜਾ ਫੈਸਲਾ ਲਿਆ ਗਿਆ, ਇਹ ਕੈਪਟਨ ਹੋਣਾ ਦੇ ਵੇਲੇ ਵੀ ਗੱਲ ਉੱਠੀ ਸੀਗੀ। ਤੁਸੀਂ ਕਹਿਣਾ ਚਾਹੋਗੇ ਇੱਥੇ? ਕੈਪਟਨ ਸਾਹਿਬ, ਮੁੱਖ ਮੰਤਰੀ ਸਾਹਿਬ ਉਦੋਂ ਵੀ ਇਹ ਕੁਛ ਨਾ ਕੰਮ ਸ਼ੁਰੂ ਕੀਤਾ ਸੀ, ਲੇਕਿਨ ਉਦੋਂ ਸਿਰਫ ਪਿੰਡਾਂ ਸ਼ੁਰੂ ਕੀਤਾ ਸੀ। ਲੇਕਿਨ ਚੰਨੀ ਸਾਹਿਬ ਨੇ ਕਿਹਾ ਹੁਣ ਇਹ ਜਿਹੜੀ ਸਕੀਮ ਆ, ਇਹ ਬਕਾਇਦਾ ਤੌਰ ਤੇ ਸ਼ਹਿਰੀ ਖੇਤਰ ਦੇ ਵਿੱਚ ਵੀ ਲਾਗੂ ਹੋਵੇ। ਸ਼ਹਿਰੀ ਖੇਤਰ ਵਿੱਚ ਜਿਹੜੇ ਲੋਕ ਆ, ਜਿਹੜੇ ਵਿਚਾਰੇ ਬੈਠੇ ਨੇ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਕੋਲੇ ਆਪਣੀ ਜ਼ਮੀਨਾਂ ਦੇ ਕੋਈ ਕਾਗਜ਼, ਉਹਨਾਂ ਨੂੰ ਜ਼ਮੀਨਾਂ ਦੇ ਕਾਗਜ਼ ਦਿੱਤੇ ਜਾਣਗੇ। ਅੱਜ ਦੀ ਡੇਟ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਜਿਹੜਾ ਅੱਧਾ ਕੱਚਾ ਤੇ ਅੱਧਾ ਪੱਕਾ ਵਾ, ਲੇਕਿਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਇਮਾਰਤਾਂ ਪੁਰਾਣੀਆਂ ਢਾਹ ਕੇ ਨਵੀਆਂ ਉੱਥੇ ਉਸਾਰੀਆਂ ਕਰ ਲਈਆਂ। ਤੁਸੀਂ ਜਾ ਕੇ ਵੇਖੋ ਬਾਜ਼ਾਰਾਂ ਦਾ ਵੀ, ਤੁਹਾਨੂੰ ਰੋਜ਼ ਹੀ ਉੱਥੇ ਟਰੈਕਟਰ ਟਰਾਲੀਆਂ, ਇੱਟਾਂ, ਕੋਈ ਰੇਤ ਤੇ ਕੋਈ ਬਜਰੀ, ਕੋਈ ਸੀਮੈਂਟ, ਕੋਈ ਸਰੀਆ ਦੱਸੇਗਾ। ਲੇਕਿਨ ਇੱਕ ਗੱਲ ਉਹ ਚੰਗਾ ਕਰ ਰਹੇ ਨੇ, ਕੰਮ ਰਾਤ ਨੂੰ ਉਹ ਸ਼ੁਰੂ 10 ਵਜੇ ਕਰਦੇ ਆ ਤੇ ਸਵੇਰੇ 6 ਵਜੇ ਖਤਮ ਕਰ ਦਿੰਦੇ, ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਹੁਣ ਜਿਹਦੇ ਅੰਦਰ ਆਪਣੇ ਲਾਲਚ ਦੇ ਅੰਦਰ ਇੰਨੇ ਪੈਸੇ ਲਾਤੇ, ਤੇ ਜੇ ਉਹਨੂੰ ਉਹਦੀ ਮਾਲਕੀ ਦੇ ਹੱਕ ਮਿਲ ਜਾਂਦੇ, ਉਹਨੂੰ ਰਜਿਸਟਰੀ ਮਿਲ ਜਾਂਦੀ, ਜਾਂ ਉਹਨੂੰ ਕੋਈ ਕਾਰਡ ਮਿਲ ਜਾਂਦਾ ਵੀ ਇਹਦੀ ਮਾਲਕੀ ਹੈਗੀ, ਉਹਨੂੰ ਹੋਰ ਕੀ ਚਾਹੀਦਾ ਇਹਦੇ ਵਿੱਚ। ਖਾਸ ਕਰਕੇ ਪਿੰਡਾਂ ਦੇ ਦਲਿਤ ਲੋਕਾਂ ਨੂੰ, ਜਿਨ੍ਹਾਂ ਨੂੰ ਸ਼ਾਮਲਾਟ ਜ਼ਮੀਨਾਂ ਦਿੱਤੀਆਂ ਗਈਆਂ ਸੀ, ਲੋ ਜੀ ਤੁਸੀਂ ਆਪਣੇ ਕੋਠੇ ਪਾ ਲਓ, ਤੁਸੀਂ ਇੱਥੇ ਬਸਤੀ ਬਣਵਾ ਕੇ, ਉਹਨਾਂ ਵਾਸਤੇ ਇਹ ਵਰਦਾਨ ਸਿੱਧ ਹੋਵੇਗਾ। ਲੇਕਿਨ ਚੰਨੀ ਸਾਹਿਬ ਨੇ ਕਿਹਾ ਨਾ, ਇਹ ਸਾਰਿਆਂ ਵਾਸਤੇ ਲਾਗੂ ਹੋਵੇਗਾ, ਇਹ ਵੀ ਸਾਰਿਆਂ ਵਾਸਤੇ ਲਾਗੂ ਹੋਵੇਗਾ। ਤੇ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ ਆ, ਜਿੰਨੇ ਬਕਾਏ ਸੀ ਸਾਰੇ ਮਾਫ, ਜਿੰਨੇ ਵੀ ਕਿਸੇ ਦੇ ਹੈਗੇ ਆ, ਤੇ ਅੱਗੇ ਤੋਂ ਭਾਈ ਸਮੇਂ ਸਿਰ ਬਿੱਲ ਦੇ ਦਿਆ ਕਰੋ, ਕਿਉਂਕਿ ਸਰਕਾਰ ਵੀ ਘਾਟੇ ਚੱਲਦੀ। ਤੇ 1200 ਕਰੋੜ ਰੁਪਈਆ ਮਾਫ ਕੀਤਾ ਸੀ ਕਿ ਚੰਨੀ ਸਾਹਿਬ ਜੀ ਕੰਮ ਤੋਂ ਠੀਕ ਕਰ ਰਹੇ ਨੇ। ਲੇਕਿਨ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਇਹਨਾਂ ਦੀ ਹੋਈ ਆ, ਫੈਸਲੇ ਉਹਨਾਂ 'ਚ ਲਾਲ ਡੋਰੇ ਵਾਲੇ ਲੈ ਨੇ, ਫਿਰ ਬਿਜਲੀ ਵਾਲੀ ਗੱਲ ਕੀਤੀ ਗਈ ਆ, ਫਿਰ ਉਹਦੇ ਵਿੱਚ ਉਹਨਾਂ ਕਿਹਾ ਵੀ ਜਿਹੜੀ ਬਿਜਲੀ ਦੀ ਉਹ 72 ਲੱਖ ਖਪਤਕਾਰਾਂ ਵਿੱਚ 52 ਲੱਖ ਖਪਤਕਾਰਾਂ ਨੂੰ ਸਾਡਾ ਪੁੱਜੇਗਾ। ਲੇਕਿਨ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਉਹਨਾਂ ਦੀ ਅੱਜ ਜਿੰਨੀਆਂ ਵੀ ਆਈਟਮਾਂ ਸੀ, ਉਹਨਾਂ ਦੇ ਵਿੱਚ ਨਸ਼ਿਆਂ ਦੀ ਆਈਟਮ ਕੋਈ ਨਹੀਂ ਸੀ। ਇੱਕ ਪਾਸੇ ਨਸ਼ਿਆਂ ਦੀ ਗੱਲ ਕਰਦੇ ਵੀ ਨਸ਼ਿਆਂ ਦੇ ਵਪਾਰੀਆਂ ਨੂੰ ਫੜ ਕੇ ਅੰਦਰ ਦਿੱਤਾ ਜਾਵੇਗਾ, ਤੇ ਫਿਰ ਕੈਬਨਿਟ ਜਿਹੜੇ ਵਿਚਾਰ ਹੀ ਨਹੀਂ ਕੀਤਾ, ਤੁਹਾਡਾ ਮੁੱਦਾ ਹੀ ਨਹੀਂ ਰਹੇਗਾ, ਤੇ ਫਿਰ ਕਿਵੇਂ ਅੰਦਰ ਹੋਣਗੇ, ਕਿਵੇਂ ਕੰਮ ਚੱਲੂਗਾ। ਬਾਕੀ ਵੇਖੋ ਕੱਲ ਤੇ ਜਿਹੜੀ ਹੈ ਸਾਡੇ ਮਾਨਯੋਗ ਬਾਬਾ ਗੁਰਮੀਤ ਰਾਮ ਰਹੀਮ ਦੀ ਵਾਰੀ ਜੀ ਸਜ਼ਾ ਉਹਨਾਂ ਨੂੰ ਨਹੀਂ ਕੱਲ, ਤੇ ਪਰਸੋਂ ਜਿਹੜੀ ਪਟਾਰੀ ਖੁੱਲਣੀ ਆ ਨਸ਼ਿਆਂ ਵਾਲੀ,
ਉਹ ਵੀ ਕੋਰਟ ਖੋਲਦੀ ਆ ਕਿ ਡੇਟ ਪਾਉਂਦੀ, ਇਹ ਤੇ ਕੋਰਟ ਤੇ ਡਿਪੈਂਡ ਕਰਦਾ। ਤੇ ਉਮੀਦ ਆ ਵੀ ਡੇਟ ਹੀ ਪੈਣ ਦੀ ਗੱਲ, ਜੋ ਪੰਜਾਬ ਸਰਕਾਰ ਨੇ ਉੱਤੇ ਵਿਚਾਰਿਆਂ ਨੇ ਕੋਈ ਗੱਲ ਨਹੀਂ ਕੀਤੀ ਤੇ ਫਿਰ ਗਾਓ ਕੋਰਟਾਂ ਕੀ ਕਰਨ। ਇਹਦਾ ਮਤਲਬ ਕਿਤੇ ਕਿਤੇ ਬਹੁਤੇ ਵੱਡੇ ਨਾਗ ਨੇ ਉਹਦੇ ਵਿੱਚ ਜਿਹੜੇ ਕੀਲੇ ਨਹੀਂ ਜਾ ਸਕਦੇ ਹੋਣੇ, ਜਿਸ ਕਰਕੇ ਅਜੇ ਹਾਲ ਦੀ ਘੜੀ ਸਰਕਾਰ ਡਰ ਰਹੀ ਹੈ ਜੀ। ਦੋਸਤੋ ਅਗਰ ਤੁਸੀਂ ਕੋਈ ਕੁਐਸਚਨ ਕਰਨਾ ਹੈ 9058131320 ਲੌਂਗ ਵੀਕਐਂਡ ਹੈ, ਥੈਂਕਸ ਗਿਵਿੰਗ ਡੇ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ੇਸ ਦੇ ਨਾਲ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਪ੍ਰੋਗਰਾਮ ਨੂੰ ਸੁਣ ਰਹੇ ਹੋ। ਧੰਨਵਾਦ, ਥੈਂਕ ਯੂ ਵੈਰੀ ਮੱਚ। ਔਰ ਅਗਲਾ ਪੰਜਾਬ ਰੇਡ ਪਾਉਣ ਦੇ ਵਿੱਚ ਜਿਹੜੀ ਮੇਨ ਮੁੱਦਾ ਸੀਗਾ ਸਿੱਧੂ ਹੁਣਾਂ ਦਾ ਕਿ ਜਿਹੜੇ ਨਸ਼ਾ ਉਹ ਜਿਵੇਂ ਤੁਸੀਂ ਦੱਸਿਆ ਕਿ ਜੇ ਤੁਹਾਡੀ ਮੀਟਿੰਗ ਦੇ ਵਿੱਚ ਮੁੱਦਾ ਹੀ ਨਹੀਂ ਤੇ ਫਿਰ ਕੀ ਕਹੋਗੇ ਤੁਸੀਂ। ਹਾਂਜੀ, ਰਾਜਾ ਵੜਿੰਗ ਕਾਫੀ ਐਕਟਿਵ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, 25 ਬੱਸਾਂ ਹੋਰ ਕੀਤੀਆਂ ਬੰਦ। ਜਿਹੜੀ ਦਿੱਲੀ ਵਾਲੀ ਬੱਸ ਹੈ, ਖਾਸ ਤੌਰ 'ਤੇ ਏਅਰਪੋਰਟ ਵਾਲੀ ਹੈ, ਉਹ ਜੇਕਰ ਚਲਾਉਣਾ ਚਾਹੁੰਦੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਸਟੈਪ ਹੋਊਗਾ। ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਦੀ ਮੰਗ ਵੀ ਹੈ। ਹਾਂਜੀ, ਇਹ ਤਾਂ ਹੈ ਨਹੀਂ ਕਿ NRI ਜਿਹੜੇ ਬਾਹਰ ਬੈਠੇ ਨੇ ਤੇ ਉਹ ਕੋਈ ਰੁੱਖਾਂ ਨਾਲ ਲਾ ਕੇ ਪੈਸੇ ਜਾਂਦੇ ਨੇ। ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਜਾਂ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ। ਇਹ ਠੀਕ ਹੈ ਕਿ ਡਾਲਰ ਦੇ 50 ਮਿਲਦੇ ਜਾਂ 55 ਮਿਲਦੇ ਨੇ ਤਾਂ ਅਸੀਂ ਉੱਥੇ ਕੋਈ ਛਿੱਲ ਲਵਾਉਣ ਥੋੜ੍ਹੀ ਜਾਣੀ ਹੈ ਕਿ ਉਹੀ ਜਿਹੜੀ ਤੁਸੀਂ ਬੱਸਾਂ ਜਿਹੜੀਆਂ ਨੇ ਬਾਕੀ ਸਵਾਰੀ ਜਿਹੜੀ ਮੰਨ ਲਓ ਕਿ ਫਿਰ 500 ਦੀ ਹੈ ਅਤੇ ਸਾਨੂੰ 1500 ਦੀ ਟਿਕਟ ਕਿਉਂ ਲੈਣੀ ਪਵੇ, ਜਾਣ ਲੱਗਿਆ ਵੀ ਅਤੇ ਆਉਣ ਲੱਗਿਆ ਵੀ। ਫਿਰ ਇਹ ਆਪਣੇ ਮਨ ਭਾਉਂਦੇ ਢਾਬਿਆਂ 'ਤੇ ਰੋਕਦੇ ਨੇ ਜਿੱਥੇ ਸਾਡੀ ਪੂਰੀ ਛਿੱਲ ਲੈਂਦੀ ਹੈ। ਬਿਲਕੁਲ ਜੀ, ਬਿਲਕੁਲ। ਹੁਣ ਵੇਖੋ ਨਾ, ਜਿਹੜੀ ਰਾਜਾ ਵੜਿੰਗ ਨੇ ਤੁਸੀਂ ਕੀਤੀ ਗੱਲ, ਰਾਜਾ ਵੜਿੰਗ ਪਹਿਲਾਂ ਕਹਿੰਦਾ ਸੀ ਵੀ ਮੈਨੂੰ ਬਣਾਓ ਮਿਨਿਸਟਰ ਤੇ ਬਣਾਓ ਮੈਨੂੰ ਟਰਾਂਸਪੋਰਟ ਮਿਨਿਸਟਰ, ਆਪ ਕਿਹਾ ਸੀ ਉਹਨੇ। ਤੇ ਮੈਂ ਵੇਖਿਓ ਫਿਰ ਜਿਹੜੀ ਇਹ ਜਿਹੜਾ ਟਰਾਂਸਪੋਰਟ ਮਾਫੀਆ ਨੱਥ ਕੇ ਪਾਉਣਾ ਉਹਨੇ, ਭਾਵੇਂ ਨੱਥ ਪੂਰੀ ਨਾ ਪਾ ਸਕੇ ਲੇਕਿਨ ਕੁਛ ਨਾ ਕੁਛ ਨੇ ਕੰਮ ਕੀਤਾ। ਅੱਜ 25 ਬੱਸਾਂ ਗੁਰਦਾਸਪੁਰ ਜ਼ਿਲ੍ਹੇ 'ਚ ਫੜ ਕੇ ਬੰਦ ਕਰਤੀਆਂ, 25 ਬੱਸਾਂ। ਔਰ ਸਭ ਤੋਂ ਵੱਡੀ ਗੱਲ ਚਾਵਲਾ ਸਾਹਿਬ ਇਹ ਆ ਵੀ ਅਜੇ ਤੱਕ ਕੋਈ ਵੀ ਜਿਹੜਾ ਬੱਸ ਦਾ ਮਾਲਕ ਉਹ ਸਾਹਮਣੇ ਆ ਕੇ ਨਹੀਂ ਕਹਿੰਦਾ ਵੀ ਮੇਰੇ ਨਾਲ ਧੱਕਾ ਹੋਇਆ, ਕਿਸੇ ਵੀ ਨਹੀਂ ਅਜੇ ਤੱਕ ਕਿਹਾ। ਨਹੀਂ, ਮੈਨੂੰ ਪੱਟੀ ਸਾਹਿਬ ਤੁਸੀਂ ਦੱਸੋ ਕਿ ਇੱਕ ਬੱਸ ਦੇ ਚਾਰ ਰੂਟ ਹੋਣ ਤੇ ਚਾਰਾਂ ਦਾ ਇੱਕੋ ਹੀ ਨੰਬਰ ਹੋਵੇ ਤੇ ਇਹ ਕਾਂਗਰਸ ਸਰਕਾਰ ਦੇ 2 ਮਹੀਨੇ ਪਹਿਲਾਂ ਦਿਖਾਈ ਨਾ ਦਿੱਤਾ ਹੋਵੇ। ਹਾਂਜੀ, ਉਹੀ ਡਿਪਾਰਟਮੈਂਟ ਸਿਰਫ ਮੰਤਰੀ ਬਦਲਿਆ ਤੇ ਅੱਜ ਉਹ ਚਾਰ ਇੱਕ ਜਿਹੜੀ ਆ ਕੰਪਨੀ ਨੇ 4 ਜਿਹੜੀਆਂ ਨੇ ਇੱਕੋ ਨੰਬਰ ਹੇਠ ਵੱਖ-ਵੱਖ ਰੂਟਾਂ 'ਤੇ ਚੱਲਦੀਆਂ ਸਾਹਮਣੇ ਰੱਖ ਦਿੱਤੀਆਂ ਗਈਆਂ। ਹੁਣ ਬਾਕੀ ਕੀ ਕੁਝ ਉੱਥੇ ਘਾਲਾ ਮੌਲਾ ਹੋ ਰਿਹਾ। ਇਹ ਜੇ ਕਮਾਈ ਸਰਕਾਰ ਦੇ ਖਜ਼ਾਨੇ 'ਚ ਜਾਵੇ ਤਾਂ ਕੀ ਸਮੇਂ 'ਤੇ ਟੀਚਰਾਂ ਨੂੰ ਜਾਂ ਸਮੇਂ 'ਤੇ ਜਿਹੜੇ ਮੁਲਾਜ਼ਮ ਨੇ ਤਨਖਾਹਾਂ ਨਹੀਂ ਮਿਲਣਗੀਆਂ। ਫਿਰ ਭਰਤੀ ਨਹੀਂ ਕੀਤੀ ਜਾਊਗੀ, ਭਰਤੀ ਵੀ ਨਵੀਂ ਕੀਤੀ ਜਾਊਗੀ, ਚਾਹੇ ਉਹ ਪੁਲਿਸ ਮਹਿਕਮੇ ਦੇ ਵਿੱਚ ਹੈ, ਚਾਹੇ ਉਹ ਐਜੂਕੇਸ਼ਨ ਮਹਿਕਮੇ ਦੇ ਵਿੱਚ ਨੇ, ਚਾਹੇ ਕਿਸੇ ਵਾਲੇ ਮਹਿਕਮੇ ਦੇ ਵਿੱਚ ਨੇ। ਫਿਰ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਨਹੀਂ ਹੋਣਗੀਆਂ। ਜੇ ਇਹ ਟੈਕਸ ਪ੍ਰੋਪਰ ਉਹਨਾਂ ਨੂੰ ਜਾਊਗਾ ਤੇ ਸਰਕਾਰ ਆਪੇ ਹੀ ਭਰਤੀ ਕਰੂਗੀ। ਇਹ ਚੋਰ ਮੋਰੀਆਂ ਤਾਂ ਹਰ ਥਾਂ ਦੇ ਉੱਤੇ। ਜੇ ਇੱਕ ਕੰਪਨੀ ਦੇ 4 ਬੱਸਾਂ ਇੱਕੋ ਹੀ ਨੰਬਰ ਹੇਠ 4 ਵੱਖ-ਵੱਖ ਰੂਟਾਂ ਤੇ ਚੱਲਦੀਆਂ ਤੇ ਕਿੰਨੇ ਚਿਰ ਤੋਂ ਚੱਲਦੀਆਂ ਨੇ ਤੇ ਪ੍ਰਸ਼ਾਸਨ ਦੀ ਨਿਗਾਹ 'ਚ ਨਹੀਂ ਚੜੀਆਂ ਤੇ ਹੁਣ ਯਕਦਮ ਚੜ ਗਈਆਂ। ਤਾਂ ਵੇਖੋ, ਦਾਲ ਨਹੀਂ ਕਾਲੀ, ਦਾਲ ਦੇ ਵਿੱਚ ਸਭ ਕੁਝ ਹੀ ਕਾਲਾ। ਹਾਂਜੀ, ਸਰਦਾਰ ਦਿਲ ਸਿੰਘ ਦੀ ਸਰਕਾਰ ਸੀ ਜੇ ਅੰਮ੍ਰਿਤਸਰ ਦਾ DTO ਜਗਜੀਤ ਸਿੰਘ ਹੁੰਦਾ ਸੀ। ਨਿਊ ਪਿਆਰ ਬੱਸ, ਡਿੰਪੇ ਦੇ ਚਾਚੇ ਦੀਆਂ ਬੱਸਾਂ ਹੁੰਦੀਆਂ ਸੀ, ਇੱਕ ਪਿਆਰ ਬੱਸ ਤੇ ਇੱਕ ਨਿਊ ਪਿਆਰ ਬੱਸ। ਜਿਹੜੀ ਪਿਆਰ ਬੱਸ ਆ ਉਹ ਡਿੰਪੇ ਹੋ ਰਹਿੰਦੀ ਆ ਤੇ ਨਿਊ ਪਿਆਰ ਬੱਸ ਚਾਚੇ ਦੀ। ਨਿਊ ਪਿਆਰ ਬੱਸ ਦੀਆਂ ਬੱਸਾਂ ਦੋਵੇਂ ਇਕੱਠੀਆਂ ਖੜੀਆਂ ਤੇ ਕਾਮੜ ਜਿਹੜਾ ਹੁੰਦਾ ਸੀ ਤਰਸੇਮ ਸਿੰਘ, ਉਹ ਪ੍ਰਾਈਵੇਟ ਜਿਹੜੇ ਮੁਲਾਜ਼ਮ ਸੀ ਉਹਨਾਂ ਜਥੇਬੰਦੀ ਪ੍ਰਧਾਨ ਹੁੰਦਾ ਸੀ। ਉਹ ਮੈਨੂੰ ਮਿਲ ਗਿਆ, ਮੈਨੂੰ ਕਹਿੰਦਾ ਆਹ ਫੋਟੋ ਛਾਪ ਦਿਓ। ਮੈਂ ਕਿਹਾ ਕਿਹੜੀ ਫੋਟੋ? ਨੇ ਫੋਟੋ ਇੱਕ ਦਿੱਤੀ ਮੈਨੂੰ ਕਹਿੰਦਾ ਫੋਟੋ ਛਾਪ ਦਿਓ। ਵੇਖੋ, ਇੱਕੇ ਨੰਬਰ ਤੇ 2 ਬੱਸਾਂ ਇਕੱਠੀਆਂ ਖੜੀਆਂ ਨੇ, ਇਹ ਵੀ ਚੱਲਦੀਆਂ ਨੇ ਨਾ। ਇਸ ਗੱਲ ਨੂੰ ਅੱਜ 25 ਸਾਲ ਹੋ ਗਏ। ਦੇਖੋ, 25 ਸਾਲ ਹੋ ਗਿਆ ਤੇ ਕੁਦਰਤੀ ਮੈਂ ਉੱਥੋਂ ਨਿਕਲਿਆ ਕਿ DTO ਖੜਾ ਸੀ ਪਿੰਗਲ ਵਾਲੇ ਦੇ ਸਾਹਮਣੇ। ਮੈਂ DTO ਕੋਲ ਚਲੇ ਗਿਆ। ਮੈਂ ਕਿਹਾ ਵੇਖੋ ਜੀ ਫੋਟੋ, ਤੁਹਾਡੇ ਰਾਜ 'ਚ ਕੀ ਹੋਣ ਡਿਆ। ਉਹ ਅੱਗੋਂ ਖਿੜਖੜਾ ਕੇ ਹੱਸਿਆ, ਮੈਨੂੰ ਕਹਿੰਦਾ ਪੱਟੀ ਸਾਹਿਬ ਛੱਡੋ ਪਰ ਇਹਨਾਂ ਗੱਲਾਂ ਨੂੰ, ਠੀਕ ਹੈ ਨਾ, ਇਹੋ ਜਿਹੇ ਕੰਮ ਚੱਲਦੇ ਰਹਿੰਦੇ, ਕੋਈ ਗੱਲ ਨਹੀਂ। ਮੈਂ ਕਿਹਾ ਚਲੋ ਠੀਕ ਹੈ। ਆਪਾਂ ਜਾ ਕੇ ਖਬਰ ਬਣਾਈ, ਖਬਰ ਬਣਾ ਕੇ ਬੜੇ ਲੰਕਰ ਲਾਏ। ਜੋ DTO ਨੇ ਕਿਹਾ ਉਹ ਵੀ ਲਿਖ ਦਿੱਤਾ। ਤੇ ਮਾਸਟਰ ਜਗੀਰ ਸਿੰਘ ਟਰਾਂਸਪੋਰਟ ਮੰਤਰੀ ਸੀਗਾ
ਜਦੋਂ ਉੱਥੇ ਹੱਥ ਅਖਬਾਰ ਲੱਗੀ ਤੇ ਉਹਨੇ ਡੀਟੀ ਸੱਦ ਲਿਆ ਵੀ ਆਗ ਜੋ ਨਾ ਕੀ ਬਣਿਆ ਫਿਰ ਦੱਸ ਕੋਈ ਤੇ ਡੀਟੀਓ ਹਫ਼ਤੇ ਬਾਅਦ ਮੈਨੂੰ ਮਿਲਿਆ ਤੇ ਬੜਾ ਗੁੱਸੇ 'ਚ ਕਹਿੰਦਾ ਤੇਰੀ ਖਬਰ ਮੈਨੂੰ 4 ਲੱਖ ਰੁਪਏ ਦੀ ਪਈ ਹੈ। ਮੈਂ ਕਿਹਾ ਜੀ ਫਿਰ ਮੈਂ ਕੀ ਕਰ ਸਕਦਾ, ਜੋ ਤੁਸੀਂ ਕਿਹਾ ਮੈਂ ਲਿਖਤਾ ਨਾ ਤੁਹਾਡੀ ਉਹ ਤੇਰੀ ਗੱਲ ਠੀਕ ਹੈ, ਜੋ ਬਿਲਕੁਲ ਸਹੀ ਗੱਲ, ਸਭ ਨੂੰ ਪਤਾ ਕਹਿੰਦਾ ਇਸ ਗੱਲ ਦਾ ਕਿ ਇਹ 2-2 4-4 ਬੱਸਾਂ ਚੱਲਦੀਆਂ ਨੇ। ਜੇ ਬਿਆਨ ਸਿੰਘ ਦੇ ਟਾਈਮ ਤੇ ਚੱਲਦੀਆਂ ਸੀ ਤੇ ਉਸ ਤੋਂ ਬਾਅਦ ਬਾਦਲ 10 ਸਾਲ ਆਏ, 5 ਸਾਲ ਕੈਪਟਨ ਆਇਆ, ਉਹ ਤੋਂ ਬਾਅਦ ਕੈਪਟਨ ਆਇਆ ਤੇ ਵੇਖੋ ਕਦੋਂ ਦੀ ਲੁੱਟ ਮੱਚਣ ਦੀ ਕਿਸੇ ਖਿਆਲ ਕੀਤਾ, ਕਿਸੇ ਨੇ ਖਿਆਲ। ਜੇ ਰਾਜਾ ਵੜਿੰਗ ਨੇ ਥੋੜੀ ਬਹੁਤੀ ਗੱਲ ਸ਼ੁਰੂ ਕੀਤੀ ਹੈ ਤੇ ਚੰਗੀ ਗੱਲ, ਭਾਵੇਂ 10% ਭੱਟੀ ਸਾਹਿਬ ਉਹਨੇ ਦਾ ਹੀ ਮਾੜਾ ਮੋਟਾ। ਭੱਟੀ ਸਾਹਿਬ ਜਦੋਂ ਥਾਣੇਦਾਰ ਨਵਾਂ ਲੱਗਦਾ ਨਾ ਚੌਂਕੀ 'ਚ ਤੇ ਉਹ ਸਾਰੇ ਚਾਹੇ ਉਹ 10 ਨੰਬਰੀ ਆ ਕੋਈ ਮਤਲਬ ਚੰਗਾ ਕੰਮ ਵੀ ਕਰਦਾ ਹੋਵੇ, ਸਾਧ ਬਣ ਗਿਆ ਹੋਵੇ ਨਾ, ਭਾਵੇਂ ਵੀ ਮੈਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਬੇਟੇ ਵਾਂਗੂ ਵੀ ਹੁਣ ਚੰਗੇ ਕੰਮ ਕਰਨੇ ਆ, ਨਾ ਬਣ ਗਿਆ ਕੋਈ ਨਹੀਂ, ਉਹ ਉਹਨੂੰ ਵੀ ਤਲਬ ਕਰਦਾ ਵੀ ਤੂੰ ਆ ਜਾ ਥੋੜੇ ਜਲਦੀ, ਤੇ ਹਾਜ਼ਰੀ ਭਰਨੀ ਭਰਨੀ ਤੇ ਉਹਨੇ ਨਾਂ ਲਿਖੇ ਹੁੰਦੇ ਆ। ਸੋ ਰਾਜਾ ਵੜਿੰਗ ਹੁਣ ਚਲੋ ਚੰਗੇ ਕੰਮ ਕਰੇ, ਵਧੀਆ ਕੰਮ ਆ, ਪਰ ਇਹ ਪਿਰਤ ਪਈ ਰਵੇ ਕਿ ਇੱਕ ਨੰਬਰ ਤੇ ਇੱਕੋ ਗੱਡੀ ਚੱਲੇ। ਇਹ ਨਾ ਹੋਵੇ ਕਿ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ। ਹੁਣ ਤਾਂ ਵਿਰੋਧੀਆਂ ਦੀਆਂ ਇੱਕ ਨੰਬਰ ਤੇ 4 ਜਿਹੜੀਆਂ ਚੱਲਦੀਆਂ ਨੇ ਉਹ ਤਾਂ ਕਟਹਿਰੇ 'ਚ ਖੜੀਆਂ ਕਰਦੀਆਂ ਤੇ ਮੁੜ ਕੇ ਫਿਰ ਉਸੇ ਰੂਟਾਂ ਤੇ ਆਪਣੀਆਂ ਚੱਲਦੀਆਂ ਹੋਣ। ਇਹ ਜਿਹੜਾ ਬੜਾ ਵੱਡਾ ਕੁਐਸਚਨ ਹੈ। ਖੈਰ ਅਗਲਾ ਬੜਾ ਵੱਡਾ ਅਹਿਮ ਕੁਐਸਚਨ ਹੈ ਕਿ 12 ਅਕਤੂਬਰ ਨੂੰ ਸਰਸੇ ਵਾਲੇ ਸਾਧ ਨੂੰ ਜਿਹੜੀ ਹੈ ਸਜ਼ਾ ਸੁਣਾਈ ਜਾਣੀ ਹੈ। ਹਾਂਜੀ, ਚਰਚਾ ਦੇ ਵਿੱਚ ਹੈ। ਕਹਿੰਦੇ ਕਿ ਮਾਤਾ ਜੀ ਨੂੰ, ਨਸੀਬ ਕੌਰ ਨੂੰ ਮਿਲਣ ਵਾਸਤੇ ਤੇ ਨਾਲ ਮੂੰਹੋਂ ਮੰਗੀ ਜਿਹੜੀ ਆਪਣੀ ਮੂੰਹ ਬੋਲੀ ਧੀ ਹੈ ਹਨੀਪ੍ਰੀਤ, ਉਹਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਨਕਾਰ ਕੀਤਾ। ਅੱਛਾ ਵੀ ਮੂੰਹੋਂ ਬੋਲੀ ਧੀ ਹਨੀਪ੍ਰੀਤ ਹੁਣ ਚਰਚਾ 'ਚ ਫੇਰ ਆਵੇਗੀ ਕਿ ਬਾਕੀ ਪਰਿਵਾਰ, ਇੱਕ ਮਾਂ ਤੋਂ ਸਿਵਾਏ ਬਾਕੀ ਪਰਿਵਾਰ ਜਿਹੜਾ ਹੈ, ਤੇਰੀ ਧਰਮ ਪਤਨੀ ਹੈ, ਤੇਰੀਆਂ ਬਾਕੀ ਬੱਚੀਆਂ ਨੇ, ਬਾਕੀ ਬੱਚੇ ਨੇ, ਨੌਵਾਂ ਨੇ, ਪੋਤੇ ਪੋਤੀਆਂ ਨੇ, ਕਿਤੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਕੀ ਕਹਿਣਾ ਚਾਹੋਗੇ? ਜੇ ਆਪਣੀ ਧੀ ਹੁੰਦੀ ਤੇ ਸ਼ਾਇਦ ਆਜ਼ਾਦੀ ਮਿਲ ਜਾਂਦੀ। ਜੋ ਕੁਝ ਅਖਬਾਰਾਂ ਨੇ ਲਿਖਤਾ, ਟੀਵੀ ਚੈਨਲ ਨੇ ਕਹਿ ਦਿੱਤਾ, ਉਹਦੇ ਤੋਂ ਸਰਕਾਰ ਵੀ ਸੁਚੇਤ ਤੇ ਅਧਿਕਾਰੀ ਵੀ ਸੁਚੇਤ। ਜੇ ਉਹ ਆਗਿਆ ਦੇ ਦਿੰਦੇ ਤੇ ਜਿਸ ਤਰੀਕੇ ਨਾਲ ਪਹਿਲਾਂ ਉਹ ਡੀਐਸਸੀ ਸਸਪੈਂਡ ਹੋਇਆ ਤੇ ਵੀ ਜੇਲ੍ਹ ਸਸਪੈਂਡ ਹੋ ਜਾਣਾ, ਮੀਡੀਆ ਨੇ ਕਰਵਾ ਦੇਣਾ ਸੀ। ਹਾਲੀ ਕਿ ਜਿਹੜੇ ਡੀਐਸਪੀ ਨੇ ਇੰਨੀ ਗੱਲ ਕਹੀ ਵੀ ਮੈਨੂੰ ਚੰਡੀਗੜ੍ਹੋਂ ਇੱਕ ਵੱਡੇ ਅਧਿਕਾਰੀ ਦਾ ਫੋਨ ਆਇਆ ਸੀ, ਪਰ ਨਾਂ ਨਹੀਂ ਦੱਸਿਆ ਉਹਨੇ। ਉਹਨੂੰ ਪਤਾ ਸੀ ਜੇ ਮੈਂ ਨਾਂ ਦੱਸ ਦਿੱਤਾ ਤੇ ਮੇਰੀ ਬਹਾਲੀ ਮੁਸ਼ਕਲ ਹੋ ਜਾਊਗੀ। ਜੇ ਨਾਂ ਨਹੀਂ ਦੱਸਿਆ ਤੇ ਮੈਂ ਦੇਖ ਵੇਖੋ ਜੀ ਮੈਂ ਤੁਹਾਡਾ ਨਾਂ ਨਹੀਂ ਲਿਆ ਤੇ ਮੈਨੂੰ ਬਹਾਲ ਕਰ ਦਿਓ, ਬਹਾਲ ਹੋ ਗਿਆ। ਉਹ ਤਾਂ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜੇ ਇਹ ਚਰਚਾ ਦਾ ਵਿਸ਼ਾ ਨਾ ਹੁੰਦੀ ਤੇ ਸ਼ਾਇਦ ਇਜਾਜ਼ਤ ਮਿਲ ਜਾਂਦੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਸੀ ਕਿ ਜੇ ਅਸੀਂ ਇਜਾਜ਼ਤ ਦੇ ਦਿੱਤੀ ਤੇ ਰੌਲਾ ਫਿਰ ਪੈਣਾ, ਤੇ ਰੌਲਾ ਪੈਣਾ ਤੇ ਅਸੀਂ ਆਪਣੀ ਸੀਟ ਬਣਵਾਈਏ। ਇਸ ਕਰਕੇ ਉਹਨਾਂ ਪਹਿਲਾਂ ਹੀ ਕਹਿ ਦਿੱਤਾ ਵੀ ਬਾਬਾ ਜੀ ਤੁਸੀਂ ਆਪਣਾ ਕੰਮ ਕਰੋ, ਇਹ ਬਿਲਕੁਲ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ। ਹਾਂ, ਜੇ ਆਪਣੀ ਮਾਂ ਨੂੰ ਮਿਲਦੀ ਇਕੱਲਿਆਂ ਗੱਲ ਕਰਦੇ ਫਿਰ ਵੀ ਸ਼ਾਇਦ ਇਜਾਜ਼ਤ ਮਿਲ ਜਾਂਦੀ ਉਹਨੂੰ। ਉਹ ਵੀ ਨਹੀਂ ਗੱਲ ਕੀਤੀ। ਜਦੋਂ ਧੀ ਦਾ ਨਾਂ ਲੈਤਾ ਹਰਪ੍ਰੀਤ ਦਾ, ਫਿਰ ਉਹ ਚਰਚਾ ਦੇ ਵਿੱਚ ਤੇ ਬਣਨੀ ਸੀ। ਕਈਆਂ ਦੀਆਂ ਕਈ ਖੰਭਾਂ ਦੀਆਂ ਡਾਰਾਂ ਬਣੀਆਂ ਸੀ, ਕਈਆਂ ਦੀ ਸੀਪ ਲੱਗਣੀ ਸੀ, ਕਈ ਸਸਪੈਂਡ ਹੋਣੀ ਸੀ। ਤੁਸੀਂ ਇਜਾਜ਼ਤ ਕਿਵੇਂ ਦੇ ਦਿੱਤੀ? ਇਸ ਕਰਕੇ ਮੈਂ ਸੋਚਦਾ ਵੀ ਜੇਲ੍ਹ ਅਧਿਕਾਰੀਆਂ ਨੇ ਆਪਣੀ ਖੱਲ ਬਚਾਈ ਹੈ। ਲੇਕਿਨ ਉਹਨਾਂ ਦੇ ਮੁਤਾਬਕ ਆ ਕਿ ਜਦੋਂ ਸੌਦਾ ਸਾਹਿਬ ਨੂੰ ਜਿਹੜੀ ਵੀਡੀਓ ਕਾਨਫਰੰਸ ਆਈ, ਜੱਜ ਦੇ ਦੋਸ਼ੀ ਠਹਿਰਾਇਆ, ਉਦੋਂ ਕਾਫੀ ਮਜੂਸ ਹੋਇਆ ਸੀ। ਤੇ ਜੱਜ ਦੇ ਅੱਗੇ ਜਿਹੜਾ ਬੰਦਾ ਆਪਣੇ ਆਪ ਨੂੰ ਗੋਡ ਕਹਿੰਦਾ, ਉਹ ਐ ਕਿ ਘੱਟ ਕੇ ਖਲੋ ਗਿਆ ਸੀ ਵੀਡੀਓ ਕਾਨਫਰੰਸ। ਇਸ ਕਰਕੇ ਜੇ ਤੁਸੀਂ ਗੋਡ ਕਹਿੰਦੇ ਆਪਣੇ ਆਪ ਨੂੰ ਤੇ ਫਿਰ ਉਸੇ ਤਰੀਕੇ ਦਾ ਵਿਹਾਰ ਕਰੋ, ਕੋਈ ਗੱਲ ਨਹੀਂ। ਜੀ 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 ਸਦਾਮ ਹੁਸੈਨ ਨੇ ਕੀ ਕਿਹਾ ਸੀ? ਜਾ ਕੇ ਕੋਰਟ ਚ ਪੇਸ਼ ਹੋ ਕੇ ਕਹਿੰਦਾ ਵੀ ਆਈ ਮੈਂ ਰਾਸ਼ਟਰਵਾਦੀ ਮੈਂ ਪ੍ਰੈਜ਼ੀਡੈਂਟ ਆਫ ਦਾ ਇਰਾਕ। ਸ਼ਰਮ ਕਿਹਾ ਸੀ, ਉਂਗਲ ਖੜੀ ਕਰਕੇ ਕਿਹਾ ਜੋ ਕਰਨਾ ਕਰ ਲਓ ਤੁਸੀਂ। ਉਹ ਕਹਿੰਦਾ ਮਾਈਂਡ ਯੂਰ ਲੈਂਗੁਏਜ, ਮੈਂ ਆਪਣੀ ਮਾਈਂਡ ਕੀਤੀ, ਤੂੰ ਆਪਣੀ ਕਰ। ਤੂੰ ਮੈਨੂੰ, ਮੈਂ ਪ੍ਰੈਜ਼ੀਡੈਂਟ ਅੱਜ ਵੀ ਹੈਗਾ, ਮੇਰੇ ਨਾਲ ਗੱਲ ਐਜ ਪ੍ਰੈਜ਼ੀਡੈਂਟ ਕਰੀ, ਨਾ ਕਿ ਮੁਜ਼ਰਮ ਕਰੀ। ਬਿਲਕੁਲ 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 ਬਿਲਕੁਲ, ਇਹ ਬੜੀ ਵੱਡੀ ਗੱਲ ਸੀਗੀ। ਬਿਲਕੁਲ ਉਹਨੇ ਉਹ ਕਿਹਾ, ਉਦੋਂ ਦੀ ਵੀਡੀਓ ਆਈ ਸੀਗੀ, ਵਾਇਰਲ ਹੋਈ ਸੀ, ਜਿਵੇਂ ਉਹਨੂੰ ਲੈ ਕੇ ਗਏ, ਜਿਵੇਂ ਉਹਨੂੰ ਫਾਂਸੀ ਦਿੱਤੀ ਆ, ਉਸ ਵਕਤ ਤੋਂ ਚਰਚਾ 'ਚ ਜਿਹੜੀ ਉਹਦੀ ਲੈਂਗੁਏਜ ਜਿੱਦਾਂ ਉਹਨੇ ਕਿਹਾ ਸੀ, ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਹਾਂਜੀ, ਗੱਲ ਚੱਲ ਰਹੀ ਸੀਗੀ ਵਿਆਹ ਸ਼ਾਦੀ ਦੀ। ਸ਼ਾਦੀ ਹੋਈ, ਚਰਚਾ ਦੇ ਵਿੱਚ ਹੈ। ਮਿਸਟਰ ਚੰਨੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੇ ਬੱਚੀ
ਤੇ ਬੱਚੇ ਦੀ ਜਿਹੜੀ ਸ਼ਾਦੀ ਕੀਤੀ ਬੇਟੇ ਦੀ, ਉੱਥੇ ਲੰਗਰ ਛਕਦੇ ਨਜ਼ਰ ਆ ਰਹੇ ਨੇ। ਨਾਲ ਅਕਾਲ ਤਖਤ ਸਾਹਿਬ ਦੇ ਸਾਬਕਾ ਬੇਬੀ ਜਥੇਦਾਰ ਸਾਹਿਬ ਜਿਹੜੇ ਨੇ ਉਹ ਵੀ ਪਹੁੰਚੇ ਬੈਠੇ ਹੋਏ ਨਜ਼ਰ ਆ ਰਹੇ ਨੇ। ਸ਼ਾਹੀ ਸ਼ਾਦੀ ਵਿੱਚ ਸ਼ਾਹੀ ਕੈਬਨਿਟ ਨੇ ਲਿਆ ਭਾਗ। ਬਾਬਾ ਸਿੱਧੂ ਗੈਰ ਹਾਜ਼ਰ ਰਹੇ ਨੇ, ਠੋਕੋ ਤਾਲੀ। ਤੇ ਇਹ ਵਿਆਹ ਚਰਚਾ ਬੜੀ ਬਟੇਰ ਰਿਹਾ ਸੋਸ਼ਲ ਨੈਟਵਰਕ ਮੀਡੀਆ ਤੇ। ਜਿਹੜੀ ਅਰਦਾਸ ਕੀਤੀ ਗਈ ਹੈ ਸਿੰਘ ਸਾਹਿਬ ਵੱਲੋਂ ਉਹ ਵੀ ਚਰਚਾ 'ਚ ਰਹੀ ਹੈ। ਕੀ ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਜਦੋਂ ਜਥੇਦਾਰ ਸਾਹਿਬ ਗਏ ਉਹ ਬਕਾਇਦਾ ਤੌਰ ਤੇ ਆਪਣੀ ਪਰਮਿਸ਼ਨ ਲੈ ਕੇ ਗਏ ਹੋਣ, ਮੈਂ ਜਾਵਾਂ ਕਿ ਨਾ ਜਾਵਾਂ, ਪਰਮਿਸ਼ਨ। ਹਾਂ, ਉਹ ਕਿਆ ਬਾਤ। ਤੁਸੀਂ ਵੀ ਨਾ ਬੜੀ ਵੱਡੀ ਗੁਗਲੀ ਖੇਡਦੇ ਹੋ। ਮੈਨੂੰ ਲੱਗਦਾ ਕਿ ਰਾਮ ਤੀਰਥ ਤੋਂ ਥੋੜਾ ਦੂਰ ਹੀ ਪੈਂਦਾ ਤੁਹਾਡੀ ਸਿੱਧੂ ਦੀ ਕਲੋਨੀ, ਹੈ ਨਾ? ਬਿਲਕੁਲ ਜੀ, ਉਹ ਤੋਂ 6 ਕਿਲੋਮੀਟਰ ਅਜੀ ਰਾਮ ਤੀਰਥ ਆ ਤੁਰ ਕੇ ਆ ਸਕਦੇ। ਹਾਂਜੀ ਹਾਂਜੀ ਹਾਂਜੀ। ਔਰ ਉਹ ਉੱਥੋਂ ਪੁੱਛ ਕੇ ਗਏ ਹੋਣਗੇ ਕਿ ਜਾਵਾਂ ਜਾਂ ਨਾ ਜਾਵਾਂ। ਜੇ ਸਿੱਧੂ ਦੇ ਘਰ ਕੋਈ ਫੰਕਸ਼ਨ ਹੁੰਦਾ ਤੇ ਸ਼ਾਇਦ ਜਥੇਦਾਰ ਸਾਹਿਬ ਕਦੀ ਵੀ ਨਾ ਜਾਣ। ਅੱਛਾ। ਲੇਕਿਨ ਜਿਹੜੇ ਚੰਨੀ ਹੋ ਰਹੀ ਉਹ ਸਰ ਪਰਵਾਨ ਜੀ ਵਿਅਕਤੀ ਨੇ, ਕਿਸੇ ਨਾਲ ਫਾਲਤੂ ਗੱਲ ਕਰਨ ਵਾਲੇ ਨਹੀਂ, ਵੱਡਵੀਂ ਗੱਲ ਕਰਨ ਵਾਲੇ ਨਹੀਂ, ਜਾਬਤੇ 'ਚ ਰਹਿਣ ਵਾਲੇ ਨਹੀਂ। ਇਹ ਉਹਨਾਂ ਦੀ ਸਿਫਤ। ਦੇਖੋ, ਉਹਨਾਂ ਨੇ ਪਹਿਲਾਂ ਆਪਣੇ ਕੁੜਮ ਨੂੰ ਕਹਿਤਾ ਸੀ ਵੀ ਆਪਣੀ ਸ਼ਾਦੀ ਬਿਲਕੁਲ ਸਾਦੀ ਹੋਊਗੀ। ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀ ਉਦੋਂ ਵੀ ਕਿਹਾ ਸੀ ਫਰਵਰੀ 'ਚ ਰਿਸ਼ਤਾ ਹੁੰਦਾ, ਫਰਵਰੀ ਤੋਂ 10 ਅਕਤੂਬਰ ਫਿਰ ਸ਼ਾਦੀ ਹੋਣੀ ਸੀ, ਬਾਕੀ ਸਾਰੇ ਸਮਾਗਮ ਕਰਨੇ ਸੀਗੇ। ਮੁੱਖ ਮੰਤਰੀ ਬਣ ਜਾਂਦੇ ਆ ਤੇ ਫਿਰ ਕਿਹਾ ਉਹਨਾਂ ਦੇ ਕੁੜਮ ਨੇ ਕਿਹਾ ਵੇਖੋ ਜੀ ਕੋਈ ਗੱਲ ਨਹੀਂ, ਪਹਿਲਾਂ ਜਿੱਦਾਂ ਕਰਨਾ ਸੀ ਥੋੜਾ ਖਰਚ ਵੱਧ ਹੋਊ ਨਾ। ਬਿਲਕੁਲ ਨਹੀਂ, ਉਦੋਂ ਘੱਟ ਖਰਚ ਕਰਾਂਗੇ, ਆਪਾਂ ਖਰਚ ਨਹੀਂ ਕਰਨਾ ਬਿਲਕੁਲ। ਬੀਬੀ ਜਗੀਰ ਕੌਰ ਜਦੋਂ 2005 ਦੇ ਵਿੱਚ ਪ੍ਰਧਾਨ ਬਣਦੀ ਹੈ ਉਹ ਇੱਕ ਅਨਾਉਂਸਮੈਂਟ ਕਰਦੀ ਹੈ, ਲੱਗੇ ਜੇ ਢੈਣ ਕਿੰਗਰੇ ਤਖਤਾਂ ਦੇ। ਹਾਂਜੀ, ਜਿਹੜੀਆਂ ਸ਼ਾਦੀਆਂ ਸ਼ੋਅ ਦਾ ਨਾ ਪੋਤੜੇ ਫੋਲ ਨਾ ਰੱਖ ਦਈਏ, ਜੋ ਮਰਜ਼ੀ ਰੱਖੋ ਜੀ ਤੁਸੀਂ। ਮੈਨੂੰ ਪਤਾ ਬਾਬਾ ਜੀ ਤੁਸੀਂ ਪੋਤੜੇ ਫੋਲਣੇ ਆ। ਚਲੋ ਅੱਜ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਤੇ ਕੀ ਅਨਾਉਂਸਮੈਂਟ ਹੋਈ? ਹਾਂਜੀ, ਉਹਨਾਂ ਨੇ ਬਕਾਇਦਾ ਅਨਾਉਂਸਮੈਂਟ ਕੀਤੀ ਵੀ ਗੁਰਦੁਆਰੇ ਸ਼ਾਦੀਆਂ ਕਰੋ, ਲੰਗਰ ਫ੍ਰੀ ਮਿਲੇਗਾ। ਬੜੀ ਚੰਗੀ ਗੱਲ, ਲੰਗਰ ਤੇ ਫ੍ਰੀ ਮਿਲਣਾ ਹੀ ਮਿਲਣਾ। ਜਦੋਂ ਹੋਇਆ ਲੰਗਰ ਤੇ ਫ੍ਰੀ ਮਿਲਣਾ, ਜਿਹਦੇ ਕਹਿੰਦੇ ਪੈਸੇ। ਗੱਲ ਤੇ ਆ ਨਾ, ਜਦੋਂ ਪਰਚੀ ਚੋਂ ਪ੍ਰਧਾਨ ਨਿਕਲੂਗਾ ਫੇਰ ਇਹੋ ਜਿਹੀ ਬਿਆਨਬਾਜ਼ੀ ਹੋਊਗੀ ਨਾ। ਤੇ ਜੇ ਹੋਊਗਾ ਪ੍ਰਧਾਨ ਅਸਲੀ ਤੇ ਫੇਰ ਕਹੂਗਾ ਗੁਰੂ ਘਰ ਦਾ ਲੰਗਰ ਤਾਂ ਸਾਦਾ ਮਿਲੂਗਾ ਭਈ। ਪਰ ਅੱਜ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਗੁਰਦੁਆਰੇ 'ਚ ਲਾਵਾ ਫੇਰੀ ਕਰਾਉਣ ਜਾਓ, ਉਹ ਪਹਿਲਾਂ ਕਹਿੰਦੇ ਜੀ 1500 ਰੁਪਏ ਦੀ ਰਸੀਦ ਕਟਾਓ। 1500 ਰੁਪਏ ਦੀ। ਹੁਣ ਮੈਂ ਬੋਲਣ ਤੋਂ ਫੇਰ ਮਜਬੂਰ। ਇੱਥੇ ਗੁਰਦੁਆਰਾ ਸਾਹਿਬ ਦੀ ਬੁਕਿੰਗ ਕਰਾਉਣ ਜਾਓ, ਕਿਸੇ ਕਰਕੇ ਲੇਟ ਹੋ ਜਾਵੇ, ਉਹ ਪੈਸੇ ਹੀ ਵਾਪਸ ਨਹੀਂ ਦਿੰਦੇ। ਕਹਿੰਦੇ ਤੁਸੀਂ ਬੁਕਿੰਗ ਦਿੱਤੀ ਸੀਗੀ, ਬੁਕਿੰਗ ਦੇ ਪੈਸੇ ਨਹੀਂ ਵਾਪਸ ਹੋਣੇ, ਡਾਲਰਾਂ 'ਚ ਹੁੰਦੇ ਉਹ ਵੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਾਡਾ ਕੀ ਕਸੂਰ ਆ, ਸਾਡਾ ਕੀ ਕਸੂਰ ਆ? ਸ਼ਾਦੀ ਤੇ ਤੁਸੀਂ ਚੇਂਜ ਕਰਦੇ ਹੋ, ਅਸੀਂ ਥੋੜੀ ਚੇਂਜ ਕਰ। ਸਾਡਾ ਹਾਲ ਬੁੱਕ ਆ ਤੁਹਾਡੇ ਵਾਸਤੇ। ਬਿਲਕੁਲ ਜੀ ਬਿਲਕੁਲ। ਉਹ ਕਹਿੰਦੇ 1500 ਰੁਪਏ ਤੁਸੀਂ ਦਿੱਤਾ, ਉਹਦੀ ਰਸੀਦ ਕਟਾਤੀ। ਤੇ ਹੁਣ ਸਾਡੀ ਜਿਹੜੀ ਆ ਉਹ ਸਾਨੂੰ ਦਿਓ ਆਪਣੀ ਵਿਆਹ ਦੀ ਜੇ ਵਧਾਈ ਦੇ ਸਾਨੂੰ। ਉਹਨੂੰ ਪੁੱਛਿਆ ਮੈਂ ਆਪ ਦੇ ਕੇ ਆਇਆ, ਮੈਂ ਹਾਲੀ ਕਿ ਮੇਰੇ ਬੰਦੇ ਵਾਕ ਆਪ ਦੇ ਕੇ ਮਤਲਬ ਕਹਿ ਲਿਆ 1500 ਰੁਪਏ ਦੀ ਰਸੀਦ ਕੱਟੀ। 1500 ਰੁਪਇਆ ਜਿਹੜਾ ਉਹ ਗਿਣਤੀ ਜੀ ਕਹਿੰਦਾ ਮੈਨੂੰ ਦੇ ਦੇ, ਤੇ 1500 ਰੁਪਇਆ ਜਿਹੜੇ ਹੈਗੇ ਤੁਹਾਡੇ ਰਾਗੀ ਆਏ ਨਾ ਰਾਗੀ ਨੇ ਦੇ ਦੇ। ਹਾਂਜੀ 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 ਸੇਵਾ। ਮੈਂ ਕਿਹਾ ਬਾਤ ਹੈ ਜੀ। ਤੇ ਮੈਂ ਕਿਹਾ ਤੈਨੂੰ ਮੇਰੇ ਕੋਲ ਡਰ ਨਹੀਂ ਲੱਗਾ? ਕਹਿੰਦਾ ਮੈਨੂੰ ਪਤਾ ਤੁਸੀਂ ਰੋਜ਼ ਇੱਥੇ ਆਉਂਦੇ ਹੋ, ਤੁਸੀਂ ਸ਼ਿਕਾਇਤ ਨਹੀਂ ਕਰੋ। ਮੈਂ ਕਿਹਾ ਚੱਲ ਠੀਕ ਹੈ, ਜੇ ਤੂੰ ਇੰਨਾ ਕਮਾਲ ਕਰਦਾ ਫਿਰ ਤੇ ਸ਼ਿਕਾਇਤ ਨਹੀਂ ਕੀਤੀ, ਪੈਸੇ ਲਾ ਲੈ ਕੋਈ ਗੱਲ। ਮਤਲਬ ਬੀਬੀ ਜੀ 1500 ਰੁਪਏ ਦੀ ਪਹਿਲਾਂ ਰਖਾ ਲਿਆ, ਲੰਗਰ ਤੁਸੀਂ ਫ੍ਰੀ ਕਰ ਕਰਦੇ, ਲੰਗਰ ਤਾਂ ਹੀ ਫ੍ਰੀ ਹੁੰਦਾ, ਕੋਈ ਟਿਕਾਣੇ ਕੋਈ ਨਹੀਂ ਹੁੰਦੀ ਕੋਈ। ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਕੌਫੀ ਗੁਰੂ ਦੀ ਗੋਦ ਜੋ ਪੋਣਾ ਪਾ ਦਿਓ, ਕੋਈ ਰਸੀਦ ਨਹੀਂ ਕੱਟੀ ਜੀ। ਆਓ ਆਪਣੇ ਲਾਵਾ ਫੇਰ ਕਰੋ ਤੇ ਜਾਓ। ਬਿਲਕੁਲ। ਔਰ ਮੈਂ ਤੁਹਾਨੂੰ ਦੱਸ ਦਿਆਂ 1500 ਕਹਿੰਦੇ ਲੋਕੀ 5000 ਹੀ ਪਾ ਦੇਣਗੇ। ਮੈਂ ਕਹਿੰਦਾ ਜੀ ਜਿੰਨਾ ਮਰਜ਼ੀ। ਹੁਣ ਤੁਸੀਂ ਚਲੋ ਫਿਰ ਗੱਲ ਨੂੰ ਟੱਚ ਹੀ ਕਰ ਲਿਆ ਆ। ਤੇ ਗੁਰਦੁਆਰਾ ਸਾਹਿਬ ਜਦੋਂ ਸਾਨੂੰ ਕੋਈ ਦੋਸਤ ਮਿੱਤਰ ਭੈਣ ਭਰਾ ਰਿਸ਼ਤੇਦਾਰ ਸੱਦਦਾ, ਅਸੀਂ ਜਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੋਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਕਾਇਦਾ ਗਿਣਤੀ ਕਰਕੇ ਪੈਸੇ ਲੈਂਦੇ ਨੇ। ਹਾਂਜੀ, ਮਰ ਜਾਵੇ ਜੰਮ ਜਾਵੇ, ਵਿਆਹ ਸ਼ਾਦੀ ਆ ਕੋਈ, ਹਾਂਜੀ, ਉਹ ਕਹਿੰਦੇ ਵੀ ਇੰਨੇ ਪੈਸੇ ਕਿੰਨੇ ਕੁ ਬੰਦੇ ਆ, ਮੋਟਾ ਜਿਹਾ ਗੇੜਾ ਮਾਰ ਕੇ ਆਉਂਦੇ ਪ੍ਰਧਾਨ ਜੀ। ਫਿਰ ਇੱਕ ਜਣਾ ਜਾਂਦਾ, ਫਿਰ ਦੂਜਾ ਵੀ ਆਉਂਦਾ, ਤੀਜਾ। ਹਾਂਜੀ, ਇਹ ਘੱਟ ਤੇ ਨਹੀਂ ਗਿਣ ਕੇ ਆਇਆ ਕਿਤੇ
मैं वेखा कि 2-4 चुन्नियाँ किते उधर उधर गिनन वालियां रह गईयां उंज पग्गां वो दोबारा आउंदा फिर हाँ जी गिन के तो फिर कहंदे भी हाँ जी इन्ने किते बंदे हैगे आ चलो ठीक है वो फिर उन्हां दी सेवा लई जांदी ते ये दसो भी वो तो हो गया किस्म दा थाली ते जिहड़ी गोलक दे विच पैसे पाए आ हर एक बंदे ने गोलक दे विच पैसे पाए आ वो एक्सट्रा रागी नूं पैसे देने आ वो वखरे ने पाठी नूं पैसे देने वो वखरे ने चलो मैं कहना पाठी साहब नूं तां वध पैसे देने रागी ਸਿੰਘਾਂ ਨੂੰ वध पैसे देने कोई वधिया माड़ी गल नहीं चंगे वध दे देना चाहिए 150 क्योंकि उन्होंने गुरु घर के वजीर ने उन्होंने इत्थों ही परिवार पालने ने उन्होंने बच्चों के भी दिल करता कि चंगियां गड्डियां चंगे घर होण ते ये कोई माड़ी गल नहीं पर ये एक जिहड़ी तुसीं गल कही है कि बोलो गोलक दे विच जिन्ना सेवा फल कोई पा दे वो वध ही पाऊगा बिल्कुल सही गल कही तुसीं हाँ जी अगली कॉल ले लेने जी वेलकम जी सत श्री अकाल जी आओ जी सत श्री अकाल ਇਹ ਸਵਾਲ ਤਾਂ ਤੁਸੀਂ ਆਪ ਹੀ ਕਰਤੇ ਜੀ ਜੋ ਸਾਡੇ ਕੈਨੇਡਾ ਚ ਹੁੰਦਾ ਕਿੱਦਾਂ ਤੋਂ ਪਹਿਲਾਂ ਹੀ ਐਡਵਾਂਸ ਲੈਂਦੇ ਪੈਸੇ ਇਹ ਸਾਰੀ ਗੱਲ ਤੁਸੀਂ ਸਮਝਾਤੀ ਹੈ ਦੂਜੀ ਗੱਲ ਤੁਸੀਂ ਪੰਜਾਬ ਦੀ ਕੀਤੀ ਲੀਡਰਾਂ ਨੂੰ ਕਹਿਣਾ ਸੌਖਾ ਹੈ ਤੇ ਆਮ ਬੰਦੇ ਦਾ ਤਾਂ ਉੱਥੇ ਕਿਤੇ ਪੈਟਰੋਲ ਨਹੀਂ ਮੱਚਿਆ ਕਿ ਲੋਕ ਨਹੀਂ ਆਏ ਕਿ ਖਾਣਾ ਨਹੀਂ ਖਾਧਾ ਕਿ ਉੱਥੇ ਕੋਈ ਹੋਰ ਨਹੀਂ ਕੁਛ ਹੋਇਆ ਵਿਆਹ ਤੇ ਇਹਦੇ ਬਾਰੇ ਜਵਾਬ ਦਿਓ ਜੀ ਜਲਦੀ ਬਿਲਕੁਲ ਥੈਂਕ ਯੂ ਜੀ ਬਿਲਕੁਲ ਖਾਧਾ ਜੀ ਬਿਲਕੁਲ ਸਭ ਕੁਝ ਕੀਤਾ ਜੀ ਕਿਸੇ ਕਿਸਮ ਦਾ ਉੱਥੇ ਲਾਮਾ ਨਹੀਂ ਆਇਆ ਪਰ ਵੇਖੋ ਮੈਂ ਨਾ ਚੰਨੀ ਰਹਿੰਦੀ ਫਿਰ ਫਰਕ ਲਈ ਵੇਖੋ ਉਹਨਾਂ ਕਿਹਾ ਜੀ ਮੈਂ ਬੜਾ ਵੱਡਾ ਭਾਗਾ ਵਾ ਮੇਰੇ ਬੱਚਿਆਂ ਦੀ ਅਰਦਾਸ ਜਥੇਦਾਰ ਅਕਾਲ ਤਖਤ ਨੇ ਕੀਤੀ ਇੱਥੇ ਆ ਕੇ ਹੁਣ ਸੋਸ਼ਲ ਨੈਟਵਰਕ ਮੀਡੀਆ ਤੇ ਫੇਰ ਚਰਚਾ ਛਿੜੀ ਹੋਈ ਆ ਮੈਂ ਚਾਹੁੰਦਾ ਸੀ ਤੁਸੀਂ ਪੁਆਇੰਟ ਤੇ ਆਓ ਤੇ ਮੈਂ ਤੁਹਾਨੂੰ ਇੱਥੇ ਕੈਚ ਕਰਾਂ ਕਿ ਸਹਿਜਧਾਰੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਹਿਜਧਾਰੀ ਦੀ बेटे बेटी दी शादी दे विच अरदास करना चर्चा दा विषय बनू कि नहीं बनू बनया जी मैं वही तो गल कर लगा मैं उत्ते कांग्रेस दा मुख मंत्री जिहदी मां कांग्रेस दी दिल्ली दे विच 1984 दे विच इसे अकाल तख्त साहब नूं ढह ढेरी करन वास्ते टैंका तोपां लैके आई चर्चा दा विषय बनू जां नहीं बनू कांग्रेस दा वो मुख मंत्री है इस वेले जी चलो सब देखो श्रोमणी कमेटी वाले डॉक्टर मनमोहन सिंह सन्मानित करते हैं कैप्टन अमरिंदर सिंह सन्मानित करते हैं अडवाणी ਨੂੰ सन्मानित करते हैं ਉਹ ਸ਼੍ਰੋਮਣੀ ਕਮੇਟੀ ਹੈ ਨਾ ਇੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਰਿਹਾ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਕਹਿਤਾ ਵੀ ਉਹ ਪਰਮਿਟ ਲੈ ਕੇ ਗਿਆ ਵਾ ਪਰਮਿਟ ਲੈ ਕੇ ਨਹੀਂ ਗਿਆ ਉਹ ਪਰਮਿਟ ਲੈ ਕੇ ਜਥੇਦਾਰ ਅਕਾਲ ਤਖਤ ਪਰਮਿਟ ਲੈ ਕੇ ਗਿਆ ਮੈਂ ਜਾਵਾਂ ਕਿ ਨਾ ਜਾਵਾਂ ਉਹਨਾਂ ਕਿ ਜਾ ਕੋਈ ਗੱਲ ਨਹੀਂ ਅੱਛਾ ਪਰਚੀ ਜਿਹੜੀ ਗੱਲ ਤੁਸੀਂ ਗੱਲ ਕੀਤੀ ਆ ਗਿਆਨੀ ਪੂਰਨ ਸਿੰਘ ਉਹ ਕਹਿੰਦੇ ਜੀ ਭਾਈ ਮੇਰੇ ਕੋ ਤੁਸੀਂ ਉਦਾਂ ਕਿਸੇ ਦੀ ਰਾਤ ਕੋਈ ਵੱਖਰੀ ਗੱਲ ਆ ਮੇਰੇ ਕੋ ਪਤੇ ਤੇ ਰਾਤ ਕਰਾਇਆ ਤੁਸੀਂ ਮੈਂ ਨਹੀਂ ਕਰਨੀ ਮੈਂ ਸੁਰਪਾ ਨਹੀਂ ਦੇਣਾ ਨਹੀਂ ਦਿੱਤਾ ਉਹਨਾਂ ਨੇ ਅਸੂਲ ਸੀ ਉਹਨਾਂ ਦਾ ਉਹ ਕਹਿੰਦਾ ਕਿ ਆਪਣੇ ਗੁਰੂ ਨਹੀਂ ਬਣਿਆ ਸਾਡਾ ਕੀ ਲੱਗਦਾ ਉਹਨਾਂ ਦੀ ਸੋਚ ਏਦਾਂ ਦੀ ਸੀ ਲੇਕਿਨ ਇੱਥੇ ਗਿਆਨੀ ਹੋਰੀ ਗਿਆ ਅਰਦਾਸ ਵੀ ਕੀਤੀ ਹੈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਜੋੜੀ ਤੋਂ ਸ਼ੀਰਾ ਦਿੱਤਾ ਸੁਰਪੇ ਵੀ ਦਿੱਤੇ ਅਕਾਲ ਤਖਤ ਦੇ ਉੱਤੇ ਤੁਹਾਨੂੰ ਪਤਾ ਹੋਏਗਾ ਪਤਿਤ ਤੇ ਜਿਹੜਾ ਗੈਰ ਸਿੱਖੀ ਦਾ ਕਿਸੇ ਵੇਲੇ ਪ੍ਰਸ਼ਾਦ ਨਹੀਂ ਛੱਡਿਆ ਜਾਂਦਾ ਹੁਣ ਇਹਨਾਂ ਨੇ ਆ ਕੇ ਬਕਾਇਦਾ ਤੌਰ ਤੇ ਬੋਰਡ ਲਾਤਾ ਕਿ ਇੱਥੇ ਅਕਾਲ ਤਖਤ ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜੀ ਹਰ ਪ੍ਰਕਾਰ ਦਾ ਹਰ ਵਿਅਕਤੀ ਦਾ ਪ੍ਰਸ਼ਾਦ ਜਿਹੜਾ ਉੱਥੇ ਤੱਕ ਕੀਤਾ ਜਾਂਦਾ ਲੇਕਿਨ ਅਕਾਲ ਤਖਤ ਦੇ ਉੱਤੋਂ ਤੁਸੀਂ ਐਜ ਮਰਿਆਦਾ ਕਿਸੇ ਨੂੰ ਸਰੂਪਾ ਨਹੀਂ ਦੇ ਸਕਦੇ ਪਤੇ ਤੋਂ ਸਰੂਪਾ ਨਹੀਂ ਦੇ ਸਕਦੇ ਲੇਕਿਨ ਹੁਣ ਵੀ ਪੁੱਛਣ ਵਾਲੇ ਤੇ ਦੇ ਜਾਂਦੇ ਆ ਠੀਕ ਦੇ ਦੇ ਜੀ ਕੋਈ ਗੱਲ ਤੁਸੀਂ ਹੁਣ ਗੱਲ ਤੇ 100 ਰੱਸਾ ਸਿਰੇ ਤੇ ਗੰਢ ਕਰ ਦਿੱਤੀ ਵੀ ਅਗਲਾ ਪਰਚੀ ਕਟਾ ਕੇ ਗਿਆ ਪਰਮਿਟ ਲੈ ਕੇ ਗਿਆ ਵਾ ਰੂਟ ਚੱਲਣ ਦੀ ਆਗਿਆ ਲੈ ਕੇ ਗਿਆ ਕਿ ਹਾਂਜੀ ਇਸ ਰਸਤੇ ਵਿੱਚ ਜਾਂਦਿਆਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿੱਦਾਂ ਵੱਡਾ ਮਰਜੀ ਸਖਤ DTO ਖਲੋਤਾ ਹੋਵੇ ਤੁਹਾਡੇ ਕੋਲ ਪਰਮਿਟ ਆ ਹੇਅਰ ਯੂ ਗੋ ਚਲੋ ਵੌਇਸ ਆਫ ਸਿਟੀ 1320 AM ਤੇ ਮਜ਼ਾ ਆਵੇਗਾ आओ फिर अगला जिहड़ा क्वेश्चन है वो जिहड़ा खास तौर पे चल रहा सीगा कि तख्त श्री केसगढ़ साहब ते गुरु दी लाडली फौज ने जिहड़ा काम कीता है सलामी देने वाला निहंग सिंह गोली चला के जिहड़ा सी वो हुण गिरफ्तार हुई है गुरु दी लाडली फौज की कहना चाहोगे जिथों तक तख्त श्री केसगढ़ साहब की गल जिहड़ी पहली बेड़ी की घटना वापरी सीगी उस टाइम के उत्ते संगतां ने बकायदा मोर्चा ला दिता ते उत्थों जिहड़े तख्त दे जथेदार सी उत्ते टिप्पणी कीती सी भी इह कल ही बैठा है
ਸਰਦਾਰ ਕੁਲਵੰਤ ਸਿੰਘ ਸਾਬਕਾ ਸੈਕਟਰੀ SGPC, ਜਿਨ੍ਹਾਂ ਨੂੰ ਅਸੀਂ ਕਹਿੰਦੇ SGPC ਦੀ ਮਾਂ ਹੁੰਦੇ ਸੀ, ਕਿਉਂਕਿ ਐਕਟ ਸਾਰਾ ਜ਼ਬਾਨੀ ਯਾਦ ਸੀਗਾ, ਨਿਯਮ ਸਾਰੇ ਜ਼ਬਾਨੀ ਯਾਦ ਸੀਗੇ। ਬੜਾ ਚਿਰ ਨੌਕਰੀ ਕੀਤੀ, ਮੈਂ ਕਿਹਾ ਸੱਚ ਨੌਕਰੀ ਕੀਤੀ ਉਹਨਾਂ ਨੇ ਆਪਣੀ। ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਜੇ ਇਹ ਜਥੇਦਾਰ ਸਹੀ ਡਿਊਟੀ ਦੇਣ ਤੇ ਘਟਨਾ ਕੋਈ ਵਾਪਰੀ ਨਹੀਂ ਸਕਦੀ, ਡਿਊਟੀ ਦਿੰਦੇ ਸੁੱਤੇ ਨਹੀਂ ਦਿਨ ਮੰਨਣਾ। ਹੁਣ ਉੱਥੇ ਜੋ ਰੌਲਾ ਪਿਆ, ਸੰਗਤਾਂ ਨੇ ਮੋਰਚਾ ਲਾਤਾ, ਬਕਾਇਦਾ ਤੌਰ ਤੇ ਉਹਨਾਂ ਦੀ ਮੰਗ ਸੀ ਵੀ ਇਹ ਜਿਹੜਾ ਮੈਨੇਜਰ ਆ ਇਹਨੂੰ ਵੀ ਡਿਪੋਰਟ ਕਰੋ ਤੇ ਗ੍ਰੰਥੀ ਨੂੰ ਵੀ, ਜਿਹੜਾ ਹੈਡ ਗ੍ਰੰਥੀ ਇਹਨੂੰ ਡਿਪੋਰਟ ਕਰੋ। ਦੋਵਾਂ ਨੂੰ, ਜਿਹੜਾ ਹੈਡ ਗ੍ਰੰਥੀ ਜਿਹਨੂੰ ਗ੍ਰੰਥੀ ਬਣਾਤਾ ਉਹਦੀ ਪਟਿਆਲੇ ਬਦਲੀ ਕਰਤੀ, ਜਿਹੜਾ ਦੂਸਰਾ ਸੀ ਮੈਨੇਜਰ ਨੂੰ ਮੀਤ ਮੈਨੇਜਰ ਬਣਾ ਕੇ ਬਦਲੀ ਕਰਤੀ। ਸੰਗਤਾਂ ਨੇ ਆਪਣਾ ਧਰਨਾ ਚੁੱਕਤਾ, ਲੇਕਿਨ ਉਹਨਾਂ ਦੀ ਮੰਗ ਸੀ ਵੀ ਜਥੇਦਾਰ ਦੇ ਖਿਲਾਫ ਵੀ ਕਾਰਵਾਈ ਕਰੋ। ਹੁਣ ਜਥੇਦਾਰ ਸਾਹਿਬ ਨੇ ਕੀ ਕੀਤਾ, ਜਥੇਦਾਰ ਜਾ ਕੇ ਜਲੰਧਰ ਹਸਪੀਟਲ ਹੋ ਗਿਆ ਕਿ ਮੈਨੂੰ ਹਾਰਟ ਦੀ ਬਿਮਾਰੀ ਆ, ਹਾਰਟ ਦਾ ਦੌਰਾ ਪਿਆ, ਤੇ ਮੈਂ ਉੱਥੇ ਦਾਖਲ ਹੋ ਗਿਆ। ਕਹਾਣੀ ਵਿੱਚ ਕੀ ਹੈ, ਜਿਹੜੇ ਗਿਆਨੀ ਰਘਬੀਰ ਸਿੰਘ ਹੋਰੀਆਂ ਉਹ ਚਾਹੁੰਦੇ ਆ ਮੈਨੂੰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਲਾਇਆ ਜਾਵੇ। ਹੈਡ ਗ੍ਰੰਥੀ ਪੋਸਟ ਖਾਲੀ ਆ, ਜਿਹੜਾ ਹੈਡ ਗ੍ਰੰਥੀ ਆ ਉਹਦੀ ਆਵਾਜ਼ ਨਹੀਂ ਨਿਕਲਦੀ, ਉਹ ਦਰਬਾਰ ਸਾਹਿਬ ਦੇ ਹੁਕਮਨਾਮਾ ਨਹੀਂ ਲੈ ਸਕਦਾ, ਉਹਨੂੰ ਰੋਕਿਆ ਤੂੰ ਲੈਣਾ ਨਹੀਂ, ਐਕਸਟੈਂਸ਼ਨ ਤੇ ਚੱਲ ਰਿਹਾ, ਉਹ ਰਿਟਾਇਰਮੈਂਟ ਉਹਦੀ ਹੋਈ ਆ, ਐਕਸਟੈਂਸ਼ਨ ਚੱਲ ਰਿਹਾ ਵਾ। ਉਹ ਚਾਹੁੰਦਾ ਸੀ ਮੈਂ ਜਥੇਦਾਰੀ ਨਹੀਂ ਲੈਣੀ, ਜਥੇਦਾਰ ਜੇ ਕੋਈ ਫਾਇਦਾ ਨਹੀਂ, ਕਲੰਕ ਕਹਿੰਦਾ ਮੈਨੂੰ ਹੈਡ ਗ੍ਰੰਥੀ ਦਰਬਾਰ ਸਾਹਿਬ ਆ ਦਿਓ, ਠੀਕ ਆ। ਹੁਣ ਪਹਿਲਾਂ ਤੇ ਬੀਬੀ ਜਗੀਰ ਕੌਰ ਰਾਜੀ ਹੋ ਗਈ, ਬੀਬੀ ਜਗੀਰ ਕੌਰ ਮਾਨਸਰ ਲਾਉਣੀ ਚਾਹੀਦੀ ਸੀ, ਮਾਨਸਰੀ ਉਹ ਕੇਸ 'ਚ ਫਸ ਕੇ ਚਲੇ ਗਏ। ਇਹਨੇ ਕੋਸ਼ਿਸ਼ ਕੀਤੀ, ਲੇਕਿਨ ਸਹੀ ਤਰੀਕੇ ਨਾਲ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਕਰਨ ਦਾ ਹੱਕ ਬਣਦਾ ਸੀ। ਹੁਣ ਲੋਕਾਂ ਨੇ ਮੰਗ ਉਠਾਈ ਵੀ ਇਹਦੇ ਖਿਲਾਫ ਤੁਸੀਂ ਕੀ ਕਾਰਵਾਈ ਕੀਤੀ, ਤੇ ਬੀਬੀ ਜੀ ਆਪ ਬੋਲ ਪਏ ਜੀ। ਬੀਬੀ ਜੀ ਕਹਿੰਦੇ, ਵੇਖੋ ਰਘਬੀਰ ਸਿੰਘ ਜੀ ਕਹਿੰਦੇ ਆ ਕਿ ਮੈਨੂੰ ਹੈਡ ਗ੍ਰੰਥੀ ਲਾ ਦਿਓ, ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਲਾ ਦਿਓ। ਉਹ ਕਹਿੰਦੇ ਉੱਥੇ ਦੇ ਗ੍ਰੰਥੀ ਅੱਗੇ ਪੜੇ ਹੈਗੇ ਤੇ ਉੱਥੇ ਜਦੋਂ ਕਿ ਹੈਡ ਗ੍ਰੰਥੀ ਐਕਸਟੈਂਸ਼ਨ ਦੇ ਆ, ਉਹਨੂੰ ਰਿਟਾਇਰ ਕਰਕੇ ਉਹਨੂੰ ਲਗਾਇਆ ਜਾ ਸਕਦਾ, ਉਹਦੇ ਵੀ ਕਰਦਾ ਸੀ ਕੰਮ। ਸਵਾਲ ਤਾਂ ਹੋਰ ਵੀ ਜੀ, ਸਵਾਲ ਤਾਂ ਪਹਿਲਾਂ ਭੱਜੂ ਸੀਗਾ ਜੀ ਘਟਨਾ ਵਾਪਰਨ ਤੋਂ ਜੀ। ਪਰ ਸਾਹਿਬ ਮੇਰਾ ਕੁਇਕਲੀ ਇੱਕ ਕਾਲਰ ਨੇ ਤੇ ਸਮਾਂ ਸਾਡੇ ਕੋਲ 3 ਮਿੰਟ ਦਾ ਹੀ ਹੈ, ਵਾਈਂਡ ਅਪ ਕਰਨਾ ਜੀ। ਵੈਲਕਮ ਜੀ, ਗੁੱਡ ਮਾਰਨਿੰਗ। ਹੈਲੋ, ਚਲੋ ਕੱਟ ਗਏ ਨੇ, ਤੁਸੀਂ ਆਪਣੀ ਕੰਟੀਨਿਊ ਕਰ ਸਕਦੇ ਹੋ ਜੀ ਗੱਲ। ਜਿਹੜੀ ਹੁਣ ਦੀ ਗੱਲ ਆ, ਨਿਹੰਗ ਸਿੰਘ ਨੇ ਗੋਲੀ ਚਲਾਤੀ ਜਾ ਕੇ ਉੱਥੇ ਦਰਬਾਰ ਦੇ ਬਾਹਰ, ਪਿਸਤੌਲ ਕੱਢਿਆ, 68 ਗੋਲੀ ਚਲਾਤੀ। ਉਹਨੂੰ ਇੱਕ ਗੁਰਮੁਖ ਸਿੰਘ ਉਹਨਾਂ ਨੇ ਬੰਦੇ ਨੇ ਫੜ ਲਿਆ, ਮੁੜ ਕੇ ਸੇਵਾਦਾਰ ਅੱਗੇ ਫੜ ਲਿਆ ਉਹਨੂੰ। ਜਦੋਂ ਥਾਣੇ ਲੈ ਕੇ ਗਿਆ ਤੇ ਪੁਲਿਸ ਪੁੱਛਦੀ ਤੂੰ ਗੋਲੀਆਂ ਕਿਉਂ ਚਲਾਈਆਂ, ਕਹਿੰਦਾ ਮੈਂ ਗੋਲੀ ਕਿਸੇ ਨੂੰ ਮਾਰਨ ਵਾਸਤੇ ਨਹੀਂ ਚਲਾਈ, ਬਿਲਕੁਲ ਨਹੀਂ ਚਲਾਈ, ਮੈਂ ਤੇ ਆਪਣੇ ਗੁਰੂ ਨੂੰ ਸਲਾਮੀ ਦਿੱਤੀ ਆ, ਸਲਾਮੀ ਵਾਸਤੇ ਗੋਲੀ ਚਲਾਈ ਆ। ਉਹ ਕਹਿੰਦੇ ਉਹਨੇ ਸਲਾਮੀ ਤੇ ਤੂੰ ਦੇਤੀ ਆ, ਇੱਥੇ ਸਲਾਮੀ ਲੈ। ਉਹਨਾਂ ਹਥਿਆਰ ਵੀ ਜ਼ਬਤ ਕਰ ਲਿਆ, ਪਰਚਾ ਦੇ ਕੇ ਤੇ ਜੇਲ੍ਹ ਭੇਜਿਆ। ਚਲੋ, ਸੋ ਸੈਡ ਆ ਜੀ, ਕਾਨੂੰਨ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੀਦਾ। ਤੁਸੀਂ ਗੱਲ ਕੀਤੀ ਹੈ ਕਿ ਜਥੇਦਾਰੀ ਨਹੀਂ ਲੈਣਾ ਚਾਹੁੰਦੇ, ਇੱਕ ਲਫ਼ਜ਼ ਤੁਸੀਂ ਵਰਤਿਆ ਜਿਹੜਾ ਮੈਂ ਕਲੈਰੀਫਾਈ ਕਰਦਾ ਕਿ ਬੰਦੇ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜੀ ਅਕਾਲ ਤਖਤ ਸਾਹਿਬ ਦੀ ਤੁਸੀਂ ਕਲੰਕ ਵਾਲੀ ਗੱਲ ਕੀਤੀ ਹੈ ਕਿ ਜਥੇਦਾਰ ਜਿਹੜਾ ਉਹ ਆਪਣੇ ਆਪ ਨੂੰ ਉਹ ਕਿੱਥੋਂ ਤੱਕ ਲੈ ਗਿਆ ਕਿ ਵੀ ਇਹਦੀਆਂ ਵਾਗਾਂ ਜਿਹੜੀਆਂ ਨੇ ਕਿਤੇ ਹੋਰ ਨੇ ਤੇ ਮੈਂ ਇੱਧਰਲੇ ਪਾਸੇ ਨਾ ਜਾਵਾਂ, ਗੁਰੂ ਘਰ ਦਾ ਸੇਵਾਦਾਰ। ਮੈਂ ਇਹ ਤੋਂ ਚੰਗਾ ਨਹੀਂ ਵੀ ਆਰਾਮ ਨਾਲ ਜਾ ਕੇ ਤੇ ਘਰੇ ਫਿਰ ਹੁਣ ਤੁਸੀਂ ਸਤਿਨਾਮ ਵਾਹਿਗੁਰੂ ਘਰੇ ਕਰ ਲਓ, ਤੇਰੀ ਉਮਰ ਤੁਸੀਂ ਨਿਭਾ ਲਈ ਆ। ਜੇ ਤੁਹਾਡੀ ਸੋਚ ਇਹ ਆ ਵੀ ਇਹ ਤਖਤ ਜਥੇਦਾਰਾਂ ਨੂੰ ਤੁਸੀਂ ਇੱਦਾਂ ਦੀ ਮਤਲਬ ਤੁਹਾਡੀ ਮਾਨਸਿਕਤਾ ਹੋ ਗਈ ਹੈ ਤਾਂ ਇਹ ਮਤਲਬ ਆਰਾਮ ਨਾਲ ਘਰੇ ਬਹਿ ਜਾਓ, ਫਿਰ ਸਤਿਨਾਮ ਵਾਹਿਗੁਰੂ ਹੀ ਕਰਨਾ, ਘਰੇ ਬਹਿ ਜਾਓ, ਬਥੇਰੀ ਕਰ ਲਈ ਸੇਵਾ, ਤੁਹਾਡੇ ਤੋਂ ਬਗੈਰ ਸਰਦਾ ਨਹੀਂ ਕੌਮ ਦਾ, ਕੋਈ ਹੋਰ ਆ ਜਾਊਗਾ ਅੱਗੇ ਆਪੇ। ਹਾਂਜੀ, ਉਸ ਵੇਲੇ ਵੀ ਤਾਂ ਕੌਮ ਦੇ ਵਾਰਸ ਸੀ ਨਾ ਜਦੋਂ ਢੰਡੋਰੀ ਪਟਾ ਦਿੱਤੀ ਗਈ ਸੀਗੀ। ਹਾਂਜੀ, ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਲੈ ਕੇ ਜਦੋਂ ਗਏ ਦਿੱਲੀ ਵਾਲੇ ਪਾਸੇ ਨੂੰ ਤਾਂ ਅੱਗੇ ਬਿੱਲੀ ਮਾਰ ਕੇ ਟੰਗ ਦਿੱਤੀ, ਸਿੱਖਾਂ ਦੀ ਬਿੱਲੀ ਵੀ ਮਾਰ ਦਿੱਤੀ, ਬਿੱਲੀ ਵੀ ਨਹੀਂ ਬਚੀ। ਉਦੋਂ ਵੀ ਕੌਮ ਚੜ੍ਹਦੀ ਕਲਾ ਦੇ ਵਿੱਚ ਸੀਗੀ। ਤੁਸੀਂ ਬਥੇਰੀਆਂ ਚਾਂਬਦੀਆਂ ਚਲਾ ਲਈਆਂ, ਜਾਓ ਘਰੇ ਬੈਠੋ। ਬਹੁਤ ਬਹੁਤ ਸ਼ੁਕਰੀਆ ਬੜੀ ਸਾਹਿਬ, ਸ਼ਾਮ ਨੂੰ ਮਿਲਦੇ ਹਾਂ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।